हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਸਿਗਮੰਡ ਫਰੋਇਡ ਦੀਆਂ ਸਾਰੀਆਂ ਥਿਊਰੀਜ਼ ਨੇ ਜੋ ਉਹ ਡਿਸਕਸ ਕਰਨੀਆਂ ਨੇ। ਇਸ ਤੋਂ ਬਿਨਾਂ ਕੁਝ ਮੋਟੀਵੇਸ਼ਨ ਦੀਆਂ ਥਿਊਰੀਜ਼ ਨੇ ਜੋ ਆਪਾਂ ਲਾਸਟ ਵਿੱਚ ਡਿਸਕਸ ਕਰਾਂਗੇ। ਹਾਂਜੀ, ਸਟਾਰਟ ਕਰਦੇ ਹਾਂ। ਸਿਗਮੰਡ ਫਰੋਇਡ ਜੋ ਆਸਟ੍ਰੇਲੀਆ ਦਾ ਇੱਕ ਸਾਈਕੋਲੋਜਿਸਟ ਸੀ ਅਤੇ ਇਸ ਤੋਂ ਬਿਨਾਂ ਇਹ ਗੱਲ ਕਰਦਾ ਜੀ ਸਾਈਕੋ ਐਨਾਲਿਟਿਕ ਅਪਰੋਚ ਦੀ। ਤਾਂ ਸਾਈਕੋ ਐਨਾਲਿਟੀਕਲ ਅਪਰੋਚ ਦਾ ਇਸ ਨੂੰ ਫਾਦਰ ਵੀ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਇਸ 'ਤੇ ਕੁਝ ਹੋਰ ਇੰਪੋਰਟੈਂਟ ਕੰਮ ਨੇ, ਉਹ ਵੀ ਆਪਾਂ ਅੱਗੇ ਸਮਝਾਂਗੇ। ਸਭ ਤੋਂ ਪਹਿਲਾਂ ਇਸ ਦੀ ਥਿਊਰੀ ਦਾ ਆਪਾਂ ਨੇ ਕੰਕਰੀਟ ਅਸਪੈਕਟ ਹੈ ਜੋ ਉਹ ਡਿਸਕਸ ਕਰਨਾ ਹੈ। ਦੇਖੋ ਜੀ, ਜੋ ਸਿਗਮੰਡ ਫਰੋਇਡ ਹੈ ਇਹ ਕੰਕਰੀਟ ਅਸਪੈਕਟ ਦੇ ਥਰੂ ਕੀ ਗੱਲ ਆਖ ਰਿਹਾ ਹੈ, ਇਹ ਆਪਣੀ ਜੋ ਮਾਈਂਡ ਹੈ ਨਾ, ਜੋ ਆਪਣਾ ਮਾਈਂਡ ਹੈ ਉਸ ਨੂੰ ਮਤਲਬ 3 ਹਿੱਸਿਆਂ ਦੇ ਵਿੱਚ ਵੰਡਦਾ ਹੈ। ਇਹ ਕੀ ਆਖਦਾ ਹੈ? ਕੌਨਸ਼ੀਅਸ ਮਾਈਂਡ, ਸਬਕੌਨਸ਼ੀਅਸ ਮਾਈਂਡ ਅਤੇ ਅਨਕੌਨਸ਼ੀਅਸ ਮਾਈਂਡ ਦੀ ਗੱਲ ਕਰਦਾ ਹੈ। ਮਤਲਬ ਆਪਣੀ ਜਿਹੜੀ ਚੇਤਨ ਹੈ ਉਸ ਨੂੰ ਇਹ ਚੇਤਨ, ਅਚੇਤਨ, ਅਵਚੇਤਨ ਦੀ ਗੱਲ ਕਰਦਾ ਹੈ। ਇਹ ਕੀ ਆਖਦਾ ਹੈ? ਕਹਿੰਦਾ ਜੋ ਫਸਟ ਪਾਰਟ ਹੈ ਜੀ ਇਸ ਦੇ ਵਿੱਚ ਆਪਾਂ ਮੰਨਦੇ ਹਾਂ ਪਹਿਲਾ ਜੋ ਭਾਗ ਚੇਤਨ ਯਾਨੀ ਕਿ ਕੌਨਸ਼ੀਅਸ, ਆਪਣਾ ਜਿਹੜਾ ਪੂਰਾ ਮਾਈਂਡ ਹੈ ਨਾ ਉਸ ਦਾ 1/10 ਯਾਨੀ ਕਿ 10ਵਾਂ ਹਿੱਸਾ 1/10 ਜਿਹੜਾ ਪਾਰਟ ਹੈ ਉਹ ਕੀ ਹੈ ਜੀ? ਕੌਨਸ਼ੀਅਸ ਹੈ, ਯਾਨੀ ਕਿ ਉਹ ਕੀ ਹੈ? ਚੇਤਨ ਹੈ। ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਅਚੇਤਨ ਨੂੰ, ਬਾਕੀ ਜੋ ਬਚਿਆ ਇਹ ਸਭ ਨੂੰ ਇਹ ਕੀ ਆਖਦਾ? ਅਚੇਤਨ ਆਖਦਾ, ਯਾਨੀ ਕਿ ਅਨਕੌਨਸ਼ੀਅਸ ਆਖਦਾ, ਯਾਨੀ ਕਿ 9/10 ਭਾਗ। ਠੀਕ ਹੈ ਜੀ, ਮਤਲਬ ਕਿ 10 ਭਾਗਾਂ ਦੇ ਵਿੱਚੋਂ 9 ਭਾਗ ਨੇ ਜਿਹੜੇ ਉਹ ਕੀ ਹੈ ਜੀ? ਅਚੇਤਨ ਹੈ, ਅਨਕੌਨਸ਼ੀਅਸ ਹੈ, ਅਤੇ ਇੱਕ ਭਾਗ ਜਿਹੜਾ ਉਹ ਕੀ ਹੈ? ਕੌਨਸ਼ੀਅਸ ਹੈ। ਠੀਕ ਹੈ, ਅਨਕੌਨਸ਼ੀਅਸ 9 ਭਾਗ ਨੇ ਅਤੇ ਇੱਕ ਭਾਗ ਜਿਹੜਾ ਹੋ ਗਿਆ ਕੌਨਸ਼ੀਅਸ ਹੈ। ਪਰ ਇਸ ਤੋਂ ਬਿਨਾਂ ਇੱਕ ਗੱਲ ਇਹ ਹੋਰ ਆਖਦਾ, ਅਵਚੇਤਨ ਦੀ ਗੱਲ ਕਰਦਾ, ਸਬਕੌਨਸ਼ੀਅਸ ਦੀ ਗੱਲ ਕਰਦਾ। ਇਹਦਾ ਮੀਨਿੰਗ ਕੀ ਹੈ? ਵੀ ਵਿੱਚ ਵਿਚਾਲੇ ਵਾਲੀ ਸਥਿਤੀ ਹੈ ਇਹ, ਕਿ ਇੱਕ ਮਿਡਲ ਸਿਚੁਏਸ਼ਨ ਹੈ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਬਸ ਇਹਦੇ ਬਾਰੇ ਇੰਨੀ ਕੁ ਗੱਲ ਆਪਾਂ ਨੇ ਸਮਝਣੀ ਹੈ। ਮਤਲਬ ਆਪਾਂ ਟੂ ਦੀ ਪੁਆਇੰਟ ਗੱਲ ਕਰਨੀ ਹੈ, ਵਾਲਾ ਡੀਪਲੀ ਵਿੱਚ ਨਹੀਂ ਜਾਣਾ। ਜਿੱਥੋਂ ਕਿ ਤੁਹਾਨੂੰ ਸਵਾਲ ਬਣ ਸਕਦਾ, ਕੁਐਸਚਨ ਬਣ ਸਕਦਾ, ਆਪਾਂ ਉਨੀਆਂ ਚੀਜ਼ਾਂ ਨੂੰ ਡਿਸਕਸ਼ਨ ਕਰਨਾ ਹੈ। ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਇਸ ਦਾ ਜੋ ਕੌਨਸ਼ੀਅਸ ਹੈ, ਕੌਨਸ਼ੀਅਸ ਦੇ ਵਿੱਚ ਇਹ ਇਸ ਗੱਲ ਦੀ ਗੱਲ ਕਰਦਾ, ਮਤਲਬ ਆਪਾਂ ਪ੍ਰੈਜੈਂਟਲੀ ਮਤਲਬ ਵਰਤਮਾਨ ਸਮੇਂ ਦੇ ਵਿੱਚ ਜੋ ਆਪਾਂ ਮਤਲਬ ਬੋਲ ਰਹੇ ਹਾਂ, ਦੇਖ ਰਹੇ ਹਾਂ, ਮਹਿਸੂਸ ਕਰ ਰਹੇ ਹਾਂ, ਐਟ ਏ ਟਾਈਮ ਉਹ ਕੀ ਹੈ? ਕੌਨਸ਼ੀਅਸਨੈਸ ਹੈ। ਠੀਕ ਹੈ, ਮਤਲਬ ਕਿ ਚੇਤਨ ਹੈ ਉਹ। ਅਤੇ ਇਸ ਤੋਂ ਬਿਨਾਂ ਜੇਕਰ ਗੱਲ ਕਰੀਏ ਅਚੇਤਨ ਦੀ, ਅਨਕੌਨਸ਼ੀਅਸ ਦੀ, ਇਸ ਦੇ ਵਿੱਚ ਕੀ ਉਹ ਕਹਿੰਦਾ ਵੀ ਕੁਝ ਚੀਜ਼ਾਂ, ਕੁਝ ਆਪਣੀਆਂ ਇੱਛਾਵਾਂ, ਡਰਾਈਵਸ ਜੋ ਮਤਲਬ ਆਪਾਂ ਪਹਿਲਾਂ ਸੀ ਉਹ ਹੁਣ ਕੀ ਕਹਿ ਰਹੇ ਨੇ? ਪਿੱਛੇ ਵਰਕ ਕਰ ਰਹੀਆਂ ਨੇ। ਮਤਲਬ ਕਿ ਕੋਈ ਤੁਹਾਡੇ ਮਨ ਵਿੱਚ ਇੱਛਾ ਸੀ, ਉਹ ਇੱਕ ਵਾਰ ਇੱਛਾ ਤੁਹਾਡੀ ਦਬ ਗਈ, ਉਹ ਫਿਰ ਵੀ ਕਿਤੇ ਨਾ ਕਿਤੇ ਤੁਹਾਡੇ ਮਨ ਦੇ ਪਿਛਲੇ ਹਿੱਸੇ 'ਚ ਕਿਤੇ ਕੀ ਕਰ ਰਹੀ ਹੈ? ਕੰਮ ਕਰ ਰਹੀ ਹੈ। ਉਹ ਕੀ ਹੈ? ਅਚੇਤਨ ਹੈ। ਠੀਕ ਹੈ ਜੀ, ਇਸ ਤਰੀਕੇ ਨਾਲ ਇਹ ਚੀਜ਼ਾਂ ਨੂੰ ਰੱਖਿਓ ਤੁਸੀਂ ਧਿਆਨ ਦੇ ਵਿੱਚ। ਨੈਕਸਟ ਆਪਾਂ ਅਗਲਾ ਇਸ ਦਾ ਅਸਪੈਕਟ ਡਿਸਕਸ ਕਰਦੇ ਹਾਂ। ਫਰਾਇਡਜ਼ ਥਿਊਰੀ ਦਾ ਜੋ ਡਾਇਨਾਮਿਕ ਅਸਪੈਕਟ ਹੈ ਉਸ ਦੇ ਵਿੱਚ ਇਹ ਗੱਲ ਕਰਦਾ ਆਪਣੀ ਜੋ ਮਤਲਬ ਪਰਸਨੈਲਿਟੀ ਹੈ ਨਾ, ਓਵਰਆਲ ਪਰਸਨੈਲਿਟੀ ਨੂੰ ਇਹ ਕੀ ਆਖਦਾ ਵੀ 3 ਭਾਗਾਂ ਦੇ ਵਿੱਚ ਆਪਾਂ ਨੂੰ ਆਪਣੀ ਪਰਸਨੈਲਿਟੀ ਨੂੰ ਇਹ ਡਿਵਾਈਡ ਕਰਦਾ। ਨੰਬਰ 1 ਇਹ ਗੱਲ ਕਰਦਾ ਇਡ, ਹੈ ਨਾ, ਇਦ ਦੀ ਗੱਲ ਕਰਦਾ। ਇਸ ਤੋਂ ਬਾਅਦ ਈਗੋ ਦੀ, ਇਸ ਤੋਂ ਬਾਅਦ ਸੁਪਰ ਈਗੋ ਦੀ। ਤਾਂ ਇਹ 3 ਅਸਪੈਕਟਾਂ ਦੀ ਇਹ ਗੱਲ ਕਰਦਾ। ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਸਮਝਣਾ ਵੀ ਕੀ ਨੇ ਇਹ। ਤਾਂ ਨੰਬਰ 1 ਇਦ। ਤਾਂ ਇਦ ਕੀ ਹੈ? ਇਸ ਦੇ ਵਿੱਚ ਇਹ ਗੱਲ ਕਰਦਾ ਮੂਲ ਪ੍ਰਵਿਰਤੀਆਂ ਦੀ। ਇਦ ਹੈ ਜਿਹੜੀ ਇਹ ਮਤਲਬ ਇੱਦਾਂ ਮੰਨ ਲਓ ਤੁਸੀਂ ਕਿ ਸਾਲ ਕੁ ਤੱਕ ਹੈ ਨਾ, ਵੀ ਮਤਲਬ ਜਨਮ ਤੋਂ ਹੀ ਕਹਿ ਸਕਦੇ ਹਾਂ। ਇੱਦਾਂ ਜਿਹੜੀ ਇਹ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ। ਜਨਮ ਤੋਂ ਆਪਾਂ ਕੁਝ ਅਜਿਹੇ ਕੰਮ ਕਰਨੇ ਸ਼ੁਰੂ ਕਰਦੇ ਜੋ ਆਪਾਂ ਨੂੰ ਖੁਸ਼ੀ ਦੇਣ, ਸਾਹਮਣੇ ਵਾਲੇ ਨੂੰ ਉਸ ਦਾ ਕੋਈ ਫਾਇਦਾ ਨੁਕਸਾਨ ਕੁਛ ਵੀ ਹੋਵੇ, ਆਪਾਂ ਨੂੰ ਉਸ ਤੱਕ ਕੋਈ ਮਤਲਬ ਨਹੀਂ। ਖੁਦ ਬਾਰੇ ਸੋਚਣਾ, ਇਦ ਕੀ ਹੈ? ਸਿਰਫ ਖੁਦ ਬਾਰੇ ਸੋਚਣਾ। ਠੀਕ ਹੈ, ਇਹ ਇੱਦਾਂ ਮੰਨ ਲਓ। ਇਸ ਦੇ ਵਿੱਚ ਕੀ ਹੈ? ਕੁਝ ਮੂਲ ਪ੍ਰਵਿਰਤੀਆਂ ਆਉਂਦੀਆਂ ਨੇ। ਇਹ ਜੋ ਮੂਲ ਪ੍ਰਵਿਰਤੀਆਂ ਯਾਨੀ ਕਿ ਇੰਸਟਿੰਕਟ ਨੇ, ਇਹ ਇਹਨਾਂ ਨੂੰ 2 ਪਾਰਟਸ ਦੇ ਵਿੱਚ ਫਰੋਇਡ ਡਿਵਾਈਡ ਕਰਦਾ। ਨੰਬਰ 1 ਇਹ ਗੱਲ ਕਰਦਾ ਲਾਈਫ ਇੰਸਟਿੰਕਟ ਯਾਨੀ ਕਿ ਜੀਵਨ ਪ੍ਰਵਿਰਤੀਆਂ ਦੀ। ਜੀਵਨ ਪ੍ਰਵਿਰਤੀਆਂ ਜੋ ਜਿਉਣ ਦਾ ਸਹਾਰਾ ਬਣਦੀਆਂ ਨੇ, ਹੈ ਨਾ, ਵੀ ਜੋ ਜਿਉਣ ਲਈ ਆਪਾਂ ਨੂੰ ਉਤੇਜਿਤ ਕਰਦੀਆਂ ਨੇ। ਇਹਦੇ ਵਿੱਚ ਇਹੀ ਗੱਲ ਕਰਦਾ, ਇੱਕ ਇੰਪੋਰਟੈਂਟ ਟਰਮ ਹੁੰਦਾ ਇਹ ਇਰੋਸ। ਇਰੋਸ ਕੀ ਹੈ? ਮਤਲਬ ਇੱਕ ਚੰਗੀ ਪ੍ਰਵਿਰਤੀ ਹੈ ਜੋ ਆਪਾਂ ਨੂੰ ਜਿਉਣ ਲਈ ਉਤੇਜਨਾ ਦਿੰਦੀ ਹੈ, ਜੀਵਤ ਰਹਿਣ ਦੀ ਉਤੇਜਨਾ ਦਿੰਦੀ ਹੈ। ਮਤਲਬ ਚੰਗੇ ਵਧੀਆ ਪੋਜ਼ੀਟਿਵ ਕੰਮ ਕਰਨ ਦੀ ਆਪਾਂ ਨੂੰ ਕੀ ਕਰਦੀ ਹੈ? ਇਹ ਉਤੇਜਨਾ ਦਿੰਦੀ ਹੈ। ਤਾਂ ਇਰੋਸ ਕੀ ਹੈ ਜੀ? ਇੱਕ ਪੋਜ਼ੀਟਿਵ ਅਸਪੈਕਟ ਹੈ। ਠੀਕ ਹੈ, ਮਤਲਬ ਸਿੰਪਲ ਸਮਝੋ, ਜੋ ਇੰਸਟਿੰਕਟ ਨੇ ਇਹਨੇ 2 ਪਾਰਟਾਂ 'ਚ ਵੰਡੇ ਨੇ। ਇੱਕ ਤਾਂ ਹੋ ਗਈ ਮਤਲਬ ਲਾਈਫ ਇੰਸਟਿੰਕਟ, ਇੱਕ ਹੋ ਗਈ ਡੈਥ ਇੰਸਟਿੰਕਟ। ਜਿਹੜੀਆਂ ਲਾਈਫ ਵਾਲੀਆਂ ਨੇ ਉਹ ਆਪਾਂ ਨੂੰ ਜਿਉਣ ਲਈ ਪ੍ਰੇਰਿਤ ਕਰਦੀਆਂ ਨੇ, ਉਹਦੇ ਵਿੱਚ ਇਰੋਸ ਆਉਂਦਾ। ਠੀਕ ਹੈ ਜੀ, ਇਸ ਤੋਂ ਬਿਨਾਂ ਇੱਕ ਹੈ, ਇਸ ਨੇ ਗੱਲ ਕੀਤੀ ਹੈ ਡੈਥ ਇੰਸਟਿੰਕਟ ਦੀ, ਯਾਨੀ ਕਿ ਮੌਤ ਪ੍ਰਵਿਰਤੀਆਂ ਦੀ। ਮੌਤ ਪ੍ਰਵਿਰਤੀਆਂ ਦੇ ਵਿੱਚ ਇਹ ਥੈਨਾਟੋਸ ਦੀ ਗੱਲ ਕਰਦਾ। ਮੌਤ ਪ੍ਰਵਿਰਤੀ ਦੇ ਵਿੱਚ ਇਹ ਇੱਦਾਂ ਗੱਲ ਕਰਦਾ, ਕਹਿੰਦਾ ਫੋਰ ਐਗਜ਼ਾਮਪਲ ਵੀ ਤੁਹਾਡੇ ਅੰਦਰ ਕੋਈ ਨੈਗੇਟਿਵ ਵਿਚਾਰ ਆ ਰਹੇ ਨੇ। ਥੈਨਾਟੋਸ ਇੱਕ ਨੈਗੇਟਿਵ ਅਸਪੈਕਟ ਹੈ, ਇਹ ਇਰੋਸ ਇੱਕ ਪੋਜ਼ੀਟਿਵ ਸੀ। ਥੈਨਾਟੋਸ ਨੈਗੇਟਿਵ ਹੈ,
मतलब कि ਫੋਰ ਐਗਜ਼ਾਮਪਲ ਤੁਹਾਨੂੰ ਕਹਿੰਦਾ ਕੁਛ ਕਰਨ ਨੂੰ ਜੀ ਕਰੂਗਾ, ਕੁਛ ਮਾੜਾ ਕਰਨ ਨੂੰ। ਹੋ ਸਕਦਾ ਵੀ ਤੁਸੀਂ ਖੁਦ ਨੂੰ ਖ਼ਤਮ ਕਰ ਲਓ, ਸੁਸਾਈਡ ਇਸ ਦੇ ਵਿੱਚ ਕੰਸੀਡਰ ਹੁੰਦੀ ਹੈ, ਆਤਮ ਹੱਤਿਆ ਕੋਈ ਕਰ ਲੈਂਦਾ। ਹੋ ਸਕਦਾ ਉਹ ਕਿਸੇ ਦਾ ਕਤਲ ਕਰ ਦੇ, ਮਤਲਬ ਉਹ ਖੁਦ ਦਾ ਵੀ ਮਾੜਾ ਕਰ ਸਕਦਾ, ਕਿਸੇ ਦਾ ਵੀ ਮਾੜਾ ਕਰ ਸਕਦਾ। ਇਹਦੇ 'ਚ ਨੈਗੇਟਿਵ ਚੀਜ਼ਾਂ ਆਉਂਦੀਆਂ ਨੇ। ਮਾੜਾ ਕਰਨਾ ਇਹ ਕੀ ਹੈ, ਮੌਤ ਪ੍ਰਵਿਰਤੀ ਹੈ। ਚੰਗਾ ਕਰਨਾ ਕੀ ਸੀ, ਜੀਵਨ ਪ੍ਰਵਿਰਤੀ ਸੀ, ਜਿਹਦੇ 'ਚ ਇਰੋਸ ਆਉਂਦਾ, ਮਤਲਬ ਵਧੀਆ ਫੀਲ ਕਰਦਾ ਉਹ ਇਰੋਸ ਦੇ ਵਿੱਚ। ਤਾਂ ਇਸ ਤਰੀਕੇ ਨਾਲ ਇੱਦ ਦੇ ਵਿੱਚ ਉਹ ਕੀ ਕਰਦਾ, ਸਿਰਫ ਖੁਦ ਨੂੰ ਧਿਆਨ ਦੇ ਵਿੱਚ ਰੱਖ ਕੇ ਉਹ ਕੰਮ ਕਰਦਾ। ਉਹ ਕੋਈ ਜਿਵੇਂ ਕਿ ਕਹਿੰਦੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ, ਉਹ ਗੱਲ ਹੁੰਦੀ ਹੈ ਇਹਦੇ 'ਚ। ਮਤਲਬ ਇਸ ਨੂੰ ਖੁਦ ਕਿਸੇ ਨਾਲ ਕੋਈ ਮਤਲਬ ਨਹੀਂ, ਖੁਦ ਬਾਰੇ ਮਤਲਬ ਹੈ ਇਸ ਨੂੰ, ਠੀਕ ਹੈ। ਇਸ ਦੇ ਵਿੱਚ ਇੱਦ ਦੇ ਵਿੱਚ ਮਤਲਬ ਕੋਈ ਸਿਰਫ ਆਪਣੇ ਬਾਰੇ ਹੀ ਸੋਚ ਰਿਹਾ ਹੈ। ਇਸ ਤੋਂ ਬਾਅਦ ਆਪਾਂ ਇਹਦੀ ਗੱਲ ਕਰਾਂਗੇ, ਨੰਬਰ 3 ਦੀ ਗੱਲ ਪਹਿਲਾਂ ਕਰਾਂਗੇ। ਸੁਪਰ ਈਗੋ ਕੀ ਹੈ, ਖੁਦ ਬਾਰੇ ਨਹੀਂ ਸੋਚਣਾ। ਉਹਦੇ ਵਿੱਚ ਸੁਪਰ ਈਗੋ ਦੇ ਵਿੱਚ ਇਹ 3 ਸਾਲ ਦੀ ਉਮਰ 'ਚ ਉਪਜਦੀ ਹੈ, ਠੀਕ ਹੈ। ਤਾਂ ਇਸ ਦੇ ਵਿੱਚ ਮੋਰਲਿਟੀ ਆ ਜਾਂਦੀ ਹੈ, ਨੈਤਿਕਤਾ ਆ ਜਾਂਦੀ ਹੈ। ਮਤਲਬ ਕਿ ਦੂਸਰੇ ਬਾਰੇ ਸੋਚੋ, ਦੂਸਰੇ ਨੂੰ ਕੀ ਚੰਗਾ ਲੱਗਦਾ, ਦੂਸਰੇ ਦੇ ਪੱਖ ਦੀ ਇਹ ਗੱਲ ਹੈਗੀ ਹੈ, ਦੂਸਰੇ ਦੇ ਪੱਖ ਦੀ, ਸਮਾਜ ਦੇ ਪੱਖ ਦੀ ਸੋਸ਼ੀਓਲੋਜੀ, ਮੋਰਲਿਟੀ ਇਸ ਦੇ ਵਿੱਚ ਆਉਂਦੀਆਂ ਨੇ। ਮਤਲਬ ਕਿ ਨੈਤਿਕਤਾ ਦੇ ਬੇਸ 'ਤੇ ਚੱਲੋ। ਤੁਹਾਡਾ ਚਾਹੇ ਨੁਕਸਾਨ ਹੀ ਹੋ ਜੇ, ਸਾਹਮਣੇ ਵਾਲੇ ਦਾ ਭਲਾ ਹੋਣਾ ਚਾਹੀਦਾ, ਸਮਾਜ ਦਾ ਭਲਾ ਹੋਣਾ ਚਾਹੀਦਾ। ਨੈਤਿਕਤਾ ਜਿਹੜੀਆਂ ਕਦਰਾਂ ਕੀਮਤਾਂ ਜਿਹੜੀਆਂ ਉਹ ਨਹੀਂ ਟੁੱਟਣੀਆਂ ਚਾਹੀਦੀਆਂ। ਇਸ ਚੀਜ਼ ਦੀ ਗੱਲ ਆ ਜਾਂਦੀ ਹੈ ਸੁਪਰ ਈਗੋ 'ਚ। ਮਤਲਬ ਕਿ ਪਹਿਲਾ ਪੁਆਇੰਟ ਕੀ ਸੀ, ਸਿਰਫ ਆਪਣੇ ਬਾਰੇ ਸੋਚੋ, ਦੂਸਰਿਆਂ ਨੂੰ ਚਾਹੇ ਕੁਛ ਮਰਜ਼ੀ ਹੋਈ ਚੱਲੇ। ਸੁਪਰ ਈਗੋ ਕੀ ਸੀ, ਦੂਸਰਿਆਂ ਬਾਰੇ ਸੋਚੋ, ਆਪਣੇ ਬਾਰੇ ਕਦੇ ਨਾ। ਮਤਲਬ ਮੋਰਲਿਟੀ ਦੀ ਗੱਲ ਕਰੋ, ਨੈਤਿਕਤਾ ਕਦਰਾਂ ਕੀਮਤਾਂ ਨਾ ਟੁੱਟਣ। ਚਾਹੇ ਬੰਦਾ ਖਤਮ ਹੋ ਜੇ ਪਰ ਉਸ ਦੀਆਂ ਕਦਰਾਂ ਕੀਮਤਾਂ ਨਾ ਖਤਮ ਹੋਣ, ਠੀਕ ਹੈ। ਉਸ ਦੀ ਸੁਸਾਇਟੀ ਨੂੰ ਨੁਕਸਾਨ ਨਾ ਹੋਵੇ, ਸਾਹਮਣੇ ਵਾਲੇ ਨੂੰ ਨੁਕਸਾਨ ਨਾ ਹੋ, ਮਤਲਬ ਦੂਸਰੇ ਬਾਰੇ ਸੋਚਣਾ। ਇਸ ਤੋਂ ਬਾਅਦ ਨਾ ਤਾਂ ਬੰਦਾ ਜਿਹੜਾ, ਗੱਲ ਸੁਣੋ, ਬੰਦਾ ਜਿਹੜਾ ਨਾ ਤਾਂ ਸੁਪਰ ਈਗੋ 'ਚ ਜਿਉਂ ਸਕਦਾ, ਨਾ ਹੀ ਉਹ ਕੀ ਕਰ ਸਕਦਾ, ਇੱਦ ਦੇ ਵਿੱਚ ਜਿਉਂ ਸਕਦਾ। ਤਾਂ ਉਹ ਵਿੱਚ ਵਿਚਾਲੇ ਵਾਲਾ ਰਸਤਾ ਲੱਭ ਲੈਂਦਾ, ਜਿਸ ਨੂੰ ਸਿਗਮੰਡ ਫਰੋਇਡ ਸੈਕਿੰਡ ਪੁਆਇੰਟ ਆਪਾਂ ਕਹਿ ਸਕਦੇ ਈਗੋ ਆਖਦਾ। ਈਗੋ 1.5 ਸਾਲ ਦੀ ਉਮਰ 'ਚ ਉਪਜਦੀ ਹੈ, ਠੀਕ ਹੈ। ਇਹ ਕੀ ਹੈ, ਰੀਅਲਟੀ ਨਾਲ ਰਿਲੇਟਡ ਹੈ। ਮਤਲਬ ਕਹਿੰਦੇ ਵੀ ਨਾ ਤਾਂ ਸਿਰਫ ਆਪਣਾ ਹੀ ਭਲਾ ਕਰੋ, ਨਾ ਸਿਰਫ ਦੂਸਰੇ ਦਾ ਹੀ ਭਲਾ ਕਰੋ, ਵਿੱਚ ਵਿਚਾਲੇ ਜੇ ਕਰੋ ਵੀ ਆਪਣਾ ਵੀ ਫਾਇਦਾ ਹੋਵੇ, ਸਾਹਮਣੇ ਵਾਲੇ ਦਾ ਵੀ ਫਾਇਦਾ ਹੋਵੇ। ਤਾਂ ਈਗੋ ਜਿਹੜਾ ਹੈਗੀ ਵਿੱਚ ਵਿਚਾਲੇ ਵਾਲਾ ਪੁਆਇੰਟ ਹੈ। ਇਸ ਤੋਂ ਬਾਅਦ ਹੈ ਸਾਈਕੋਲੋਜੀ ਨਾਲ ਰਿਲੇਟਡ ਹੋ ਗਿਆ, ਇਹ ਸਾਈਕੋ ਨਾਲ, ਇਹ ਸੋਸਾਇਟੀ ਨਾਲ ਰਿਲੇਟਡ ਸੀ, ਠੀਕ ਹੈ। ਇਹਨੂੰ ਧਿਆਨ ਦੇ ਵਿੱਚ ਰੱਖਿਓ। ਅਤੇ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਉਦਾਹਰਨ ਦੇਣੀ ਚਾਹਾਂਗਾ। ਤੁਸੀਂ ਕੋਈ ਸੀਰੀਅਲ ਦੇਖਿਆ ਹੋਏਗਾ ਜਾਂ ਮੂਵੀ ਦੇਖੀ ਹੋਏਗੀ, ਉਹਦੇ 'ਚ ਕੀ ਹੁੰਦਾ, ਜਦੋਂ ਕੋਈ ਵਿਅਕਤੀ ਹੈ ਜਿਹੜਾ ਉਹ ਕਨਫਿਊਜ਼ਨ ਦੇ ਵਿੱਚ ਪਿਆ ਹੋਵੇ, ਮੰਨ ਕੇ ਚੱਲੋ ਇਹ ਰਾਮ ਹੈ, ਕੀ ਇਹ ਕਨਫਿਊਜ਼ਨ ਦੇ ਵਿੱਚ ਪੈ ਰਿਹਾ, ਤਾਂ ਉਹਦੇ 2 ਰੂਪ ਜੇ ਸਾਹਮਣੇ ਆ ਜਾਂਦੇ ਨੇ। ਇੱਕ ਤਾਂ ਹੁੰਦਾ ਵਾਈਟ ਜਾਂ, ਠੀਕ ਹੈ, ਵਾਈਟ ਜਾਂ ਰੂਪ ਹੁੰਦਾ, ਮਤਲਬ ਕਿ ਉਹ ਕੀ ਦਿਖਾਉਂਦਾ, ਚੰਗਿਆਈ ਨੂੰ ਦਿਖਾਉਂਦਾ ਵੀ ਉਹ ਇੱਕ, ਮਤਲਬ ਜਿਹੜਾ ਵਾਈਟ ਹੁੰਦਾ ਉਹ ਮਤਲਬ ਕਹਿੰਦਾ ਵੀ ਚੰਗਾ ਹੀ ਕਰ ਦੂੰ, ਵੀ ਤੇਰਾ ਚਾਹੇ ਨੁਕਸਾਨ ਹੋ ਜੇ, ਤੂੰ ਸੁਸਾਇਟੀ ਬਾਰੇ ਸੋਚ, ਠੀਕ ਹੈ, ਤੂੰ ਮੋਰਲਿਟੀ ਬਾਰੇ ਸੋਚ, ਕਦਰਾਂ ਕੀਮਤਾਂ ਬਾਰੇ ਸੋਚ। ਜਿਹੜਾ ਵਾਈਟ ਹੁੰਦਾ ਉਹ ਇੱਦਾਂ ਆਖਦਾ। ਉਹ ਵਾਈਟ ਕੀ ਹੈ, ਸੁਪਰ ਈਗੋ ਹੈ। ਅਤੇ ਇਸ ਤੋਂ ਬਿਨਾਂ ਜੋ ਇੱਕ ਹੁੰਦਾ ਬਲੈਕ, ਬਲੈਕ ਕੀ ਆਖਦਾ, ਕਹਿੰਦਾ ਦੂਸਰੇ ਕੁਛ ਮਰਜ਼ੀ ਕਰਨ, ਤੂੰ ਆਪਦੇ ਬਾਰੇ ਸੋਚ। ਮਤਲਬ 2 ਰੂਪ ਜਿਹੇ ਆਉਂਦੇ ਹੁੰਦੇ ਨੇ। ਕਿਸੇ ਸੀਰੀਅਲ 'ਚ ਦੇਖਿਆ ਹੋਊਗਾ ਤੁਸੀਂ ਨੇ, ਜਾਂ ਕਿਸੇ ਮੂਵੀ 'ਚ ਦੇਖਿਆ ਹੋਊਗਾ, ਉਹਦੇ ਸਾਹਮਣੇ ਜਦੋਂ ਕੋਈ ਵਿਅਕਤੀ ਕਨਫਿਊਜ਼ਨ 'ਚ ਹੁੰਦਾ ਤਾਂ 2 ਰੂਪ ਆ ਜਾਂਦੇ ਨੇ, ਇੱਕ ਵਾਈਟ, ਇੱਕ ਬਲੈਕ। ਜਿਹੜਾ ਬਲੈਕ ਹੈ ਉਹ ਇੱਦ ਹੈ, ਜਿਹੜਾ ਵਾਈਟ ਹੈ ਉਹ ਕੀ ਹੈ, ਉਹ ਹੁੰਦਾ ਮਤਲਬ ਸੁਪਰ ਈਗੋ। ਪਰ ਵਿਅਕਤੀ ਜਿਹੜਾ ਮਤਲਬ ਉਹ ਜਦੋਂ ਕਨਫਿਊਜ਼ਨ 'ਚ ਹੋਵੇ, ਐਵੇਂ ਉਹ ਸਿਰ ਜਿਹਾ ਫੜੀ ਬੈਠਾ ਹੋਵੇ ਕੋਈ, ਹੈ ਨਾ, ਤਾਂ ਉਸ ਦੇ ਸਾਹਮਣੇ 2 ਰੂਪ ਜਾ ਰਹੇ ਹੋਣ, ਤਾਂ ਉਹ ਉਹਨਾਂ ਨੂੰ ਦੋਨਾਂ ਨੂੰ ਭਜਾ ਦਿੰਦਾ। ਫਿਰ ਉਹ ਆਪਦੀ ਕਰਦਾ, ਨਾ ਉਹ ਵਾਈਟ ਵਾਲੇ ਦੀ ਮੰਨਦਾ, ਨਾ ਇਹਦੀ ਮੰਨਦਾ, ਤਾਂ ਵਿਚਕਾਰਲਾ ਕੰਮ ਕਰਦਾ ਉਹ, ਜੀ ਉਹ ਹੁੰਦੀ ਹੈ ਈਗੋ। ਮਤਲਬ ਕਿ ਉਹਨੇ ਵਿਚਾਲੇ ਦੀ ਇੱਕ ਰਾਹ ਕੱਢ ਲਿਆ, ਨਾ ਤਾਂ ਉਹ ਪੂਰੀ ਤਰ੍ਹਾਂ ਕਦਰਾਂ ਕੀਮਤਾਂ ਦੇ, ਮੋਰਲਿਟੀ ਅਤੇ ਸੁਸਾਇਟੀ ਦੇ ਬੇਸ 'ਤੇ ਚੱਲਿਆ, ਨਾ ਹੀ ਉਹ ਕੀ ਚੱਲਿਆ, ਖੁਦ ਦੇ ਬੇਸ 'ਤੇ ਚੱਲਿਆ। ਉਹਨੇ ਵਿੱਚ ਵਿਚਾਲੇ ਵਾਲਾ ਈਗੋ ਵਾਲਾ ਰਾਹ ਕੱਢ ਲਿਆ। ਤਾਂ ਇਹ ਗੱਲਾਂ ਜੀ ਸੁਣ ਕੇ ਤਾਂ ਐਂ ਲੱਗਦਾ ਵੀ ਈਗੋ ਵੀ ਇੱਕ ਗੁੱਡ ਪੁਆਇੰਟ ਜਿਹਾ ਲੱਗਿਆ, ਹੈ ਨਾ। ਤਾਂ ਵਿੱਚ ਵਿਚਾਲੇ ਵਾਲਾ ਰਾਹ ਹੈ ਜਿਹੜਾ, ਉਹ ਕੀ ਹੈ ਜੀ, ਈਗੋ ਹੈ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਡਾਇਨਾਮਿਕ ਅਸਪੈਕਟ ਸੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ, ਇਸ ਨੇ ਸਾਈਕੋ ਸੈਕਸੁਅਲ ਡਿਵੈਲਪਮੈਂਟ ਦੀ ਗੱਲ ਕੀਤੀ ਹੈ। ਇਸ ਦੇ ਵਿੱਚ ਮੇਨ ਤੌਰ 'ਤੇ ਇਸ ਨੇ 5 ਸਟੇਜਾਂ ਦੀ ਗੱਲ ਕੀਤੀ ਹੈ। ਇਹ 5 ਸਟੇਜਸ ਕਿਹੜੀਆਂ ਨੇ ਉਹ ਆਪਾਂ ਡਿਸਕਸ ਕਰਨੀਆਂ ਨੇ ਹੁਣ। ਅਤੇ ਇਹਦੇ ਵਿੱਚ ਦੇਖੋ ਜੀ, ਇਹ ਜਿਹੜੀਆਂ 5 ਸਟੇਜਸ ਨੇ, ਇੱਦਾਂ ਹੀ ਤੁਸੀਂ ਯਾਦ ਰੱਖਿਓ। ਏਜ ਵਾਈਜ਼ ਇਹਨਾਂ ਦੀ ਡਿਵਾਈਡੇਸ਼ਨ ਕੀਤੀ ਹੋਈ ਹੈ। ਜੋ ਓਰਲ ਸਟੇਜ ਹੈ, ਮੂੰਹ ਫੁੱਟ ਅਵਸਥਾ ਕਹਿ ਸਕਦੇ ਜਿਹਨੂੰ, ਓਰਲ ਸਟੇਜ ਜਿਹੜੀ ਉਹ ਜਨਮ ਤੋਂ 1 ਸਾਲ ਤੱਕ ਹੁੰਦੀ ਹੈ। ਇਸ ਦੇ ਵਿੱਚ ਨਾਰਸਿਜ਼ਮ, ਮਤਲਬ ਕਿ ਖੁਦ ਨਾਲ ਪਿਆਰ ਕਰਨਾ, ਫਿਕਸੇਸ਼ਨ, ਪਲੈਜ਼ਰ, ਠੀਕ ਹੈ, ਖੁਸ਼ੀ, ਉਹ ਸਭ ਨੇ ਜਿਹੜੀਆਂ ਉਹ ਓਰਲ, ਯਾਨੀ ਕਿ ਮੂੰਹ ਫੁੱਟ ਅਵਸਥਾ ਦੇ ਵਿੱਚ ਆਉਂਦੀਆਂ ਨੇ, ਓਰਲ ਸਟੇਜ ਦੇ ਵਿੱਚ ਆਉਂਦੀਆਂ ਨੇ। ਜਨਮ ਤੋਂ 1 ਸਾਲ ਤੱਕ ਦੀ ਇਹ ਅਵਸਥਾ ਹੁੰਦੀ ਹੈ। ਇਸ ਤੋਂ ਬਾਅਦ ਨੰਬਰ 1 ਡਿਸਕਸ਼ਨ ਹੋ ਗਈ ਕੰਪਲੀਟ। ਨੰਬਰ 2 ਹੈ ਅਨੈਲ ਅਵਸਥਾ, ਠੀਕ ਹੈ, ਜਾਂ ਕਹਿ ਲਓ ਅਨਾਲ ਸਟੇਜ, ਯਾਨੀ ਕਿ ਗੁਦਾ ਅਵਸਥਾ, ਠੀਕ ਹੈ। ਤਾਂ ਇਹ
1 ਸਾਲ ਤੋਂ 3 ਕੁ ਸਾਲ ਤੱਕ ਦੀ ਹੁੰਦੀ ਹੈ। ਇਹਦੇ ਵਿੱਚ ਇੱਕ ਕੁਐਸਚਨ ਬਣਦਾ ਹੁੰਦਾ ਜੀ ਟੋਇਲਟ ਟ੍ਰੇਨਿੰਗ ਜਾਂ ਕਹਿ ਲਓ ਟੋਇਲਟ ਕੰਟਰੋਲ, ਮਤਲਬ ਬੱਚਾ ਜਿਹੜਾ ਉਹ ਟੋਇਲਟ ਨੂੰ ਕੰਟਰੋਲ ਕਰਨਾ ਸਿੱਖਦਾ ਹੈ ਅਨਲ ਅਵਸਥਾ ਗੁਦਾ ਅਵਸਥਾ ਦੇ ਵਿੱਚ। ਠੀਕ ਹੈ ਜੀ, ਬਲੈਡਰ ਟੋਇਲਟ ਕੰਟਰੋਲ ਇਹ ਸਭ ਚੀਜ਼ਾਂ ਨੇ ਜਿਹੜੀਆਂ ਇਹ ਇਸ ਸੈਕਿੰਡ ਸਟੇਜ ਦੇ ਵਿੱਚ ਕਵਰ ਹੋਣਗੀਆਂ, ਜਿਹਨੂੰ ਆਪਾਂ ਅਨਲ ਸਟੇਜ ਕਿਹਾ ਹੈ। ਇਸ ਤੋਂ ਬਾਅਦ ਨੰਬਰ 3 ਆ ਜਾਂਦੇ ਜੀ ਫੈਲਿਸ ਯਾਨੀ ਕਿ ਲਿੰਗ ਅਵਸਥਾ। ਠੀਕ ਹੈ, ਤਾਂ 3 ਤੋਂ 6 ਸਾਲ ਦੀ ਅਵਸਥਾ ਹੁੰਦੀ ਹੈ ਇਹ। ਇਹਦੇ ਵਿੱਚ ਗਰਲਸ ਦੇ ਵਿੱਚ ਇਲੈਕਟਰਾ ਕੰਪਲੈਕਸ ਆ ਜਾਂਦੇ ਨੇ, ਅਤੇ ਜਿਹੜੇ ਬॉयਜ਼ ਨੇ ਉਹਨਾਂ ਦੇ ਵਿੱਚ ਔਰਡੀਪਸ ਕੰਪਲੈਕਸ ਆ ਜਾਂਦੇ ਨੇ। ਇਹ ਚੀਜ਼ਾਂ ਨੇ ਜਿਹੜੀਆਂ ਥੋੜ੍ਹਾ ਜਿਹਾ ਮਤਲਬ ਟਰਮਾਂ ਨੇ, ਇੱਦਾਂ ਹੀ ਯਾਦ ਰੱਖ ਲਿਓ। ਠੀਕ ਹੈ, 3 ਤੋਂ 6 ਸਾਲ ਦੀ ਉਮਰ ਤੱਕ ਦੀ ਵਿੱਚ ਇਹਨੂੰ ਕੰਸੀਡਰ ਕੀਤਾ ਗਿਆ ਹੈ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ ਲੈਟੈਂਸੀ ਯਾਨੀ ਕਿ ਛੁਪਣ ਅਵਸਥਾ ਕਹਿ ਸਕਦੇ ਹਾਂ। ਹੁਣ ਜਦੋਂ ਮਤਲਬ ਕਿ ਬੱਚਾ ਜਿਹੜਾ ਉਹ 6 ਤੋਂ 12 ਕੁ ਸਾਲ ਦੀ ਉਮਰ ਦੇ ਵਿੱਚ ਹੈ ਹੈ ਨਾ, ਮਤਲਬ ਕਿ ਆਪਾਂ ਚਾਈਲਡਹੁੱਡ ਦੀ ਏਜ ਮੰਨਦੇ ਹਾਂ ਇਹਨੂੰ। ਠੀਕ ਹੈ, ਤਾਂ ਇਸ ਦੇ ਵਿੱਚ ਲੇਟੈਂਸੀ ਯਾਨੀ ਕਿ ਛੁਪਣ ਅਵਸਥਾ ਜਿਹੜੀ ਉਸ ਦੇ ਵਿੱਚ ਉਹ ਪ੍ਰਬਲ ਹੋ ਜਾਂਦੀ ਹੈ, ਜਿਸ ਦੇ ਵਿੱਚ ਹੁਣ ਦੇਖੋ 6 ਤੋਂ 12 ਸਾਲ ਦੀ ਜਿਹੜੀ ਆਪਾਂ ਇਹਨੂੰ ਮਤਲਬ ਸਕੂਲ ਵਾਲੀ ਏਜ ਹੀ ਮੰਨਦੇ ਹਾਂ, ਉਮਰ ਸਕੂਲ ਜੇ ਵਾਲੀ ਉਹਦਾ ਜ਼ਿਆਦਾ ਸਮਾਂ ਸਕੂਲ ਦੇ ਵਿੱਚ ਕੀ ਹੁੰਦਾ ਬੀਤਦਾ ਹੈ। ਤਾਂ ਇਹਦੇ ਵਿੱਚ ਸਕੂਲ ਐਕਟੀਵਿਟੀਜ਼ ਸ਼ਾਮਲ ਹੁੰਦੀਆਂ ਨੇ ਲੇਟੈਂਸੀ ਦੇ ਵਿੱਚ। ਠੀਕ ਹੈ, ਤਾਂ ਇਸ ਤਰੀਕੇ ਨਾਲ ਉਹ ਆਪਣੇ ਆਪ 'ਚ ਮਤਲਬ ਮਸਤ ਜਿਹਾ ਰਹਿਣਾ, ਉਸ ਤੋਂ ਬਿਨਾਂ ਦੋਸਤਾਂ ਨਾਲ ਵੀ ਉਹ ਵਿਚਰਨਾ ਸ਼ੁਰੂ ਕਰ ਦਿੰਦਾ। ਠੀਕ ਹੈ, ਇਹ ਚੀਜ਼ਾਂ ਜਿਹੀਆਂ ਮਤਲਬ ਇਹਦੇ ਵਿੱਚ ਸ਼ਾਮਲ ਨੇ ਲੇਟੈਂਸੀ ਯਾਨੀ ਕਿ ਛੁਪਣ ਅਵਸਥਾ ਦੇ ਵਿੱਚ। 6 ਤੋਂ 12 ਸਾਲ ਇਸ ਦੀ ਮਤਲਬ ਇੱਕ ਅਵਸਥਾ ਏਜ ਹੈ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਇਸ ਤੋਂ ਬਿਨਾਂ ਬਾਅਦ ਹੈ ਜੀ ਜੈਨੀਟਲ ਯਾਨੀ ਕਿ ਜਣਨ ਅਵਸਥਾ। ਠੀਕ ਹੈ, ਜਣਨ ਅਵਸਥਾ ਯਾਨੀ ਕਿ 13+। ਹੁਣ ਇਹਨਾਂ ਨੂੰ ਉੱਦਾਂ ਨਾਲ ਜੋੜੋ, ਜਿਵੇਂ 13+ ਮਤਲਬ ਇੱਥੇ ਆਪਾਂ ਕੀ ਮੰਨਦੇ ਅਡੋਲਸੈਂਸ ਏਜ ਜੀ ਇੱਥੇ ਮੰਨਦੇ ਹਾਂ। ਜਦੋਂ ਆਪਾਂ ਅਡੋਲਸੈਂਸ ਦੀ ਗੱਲ ਕਰਦੇ ਹਾਂ ਤਾਂ ਜੈਨੇਟਿਕਲ ਦੇ ਵਿੱਚ ਅਡੋਲਸ ਨੂੰ ਕੀ ਹੁੰਦਾ ਜਿਹੜੀ ਮਤਲਬ ਕਿਸ਼ੋਰ ਜਾਂ ਕਿਸ਼ੋਰੀ ਅਡੋਲਸੈਂਸ ਜੋ ਅਡੋਲਟਸ ਨੇ ਉਹ ਕੀ ਹੁੰਦੇ ਨੇ ਅਟਰੈਕਟ ਹੁੰਦੇ ਨੇ ਮਤਲਬ ਓਪੋਜਿਟ ਸੈਕਸ ਦੇ ਪ੍ਰਤੀ। ਤਾਂ ਓਪੋਜਿਟ ਸੈਕਸ ਦੇ ਪ੍ਰਤੀ ਉਹ ਕੀ ਹੁੰਦੇ ਨੇ ਅਟਰੈਕਟ ਹੁੰਦੇ ਨੇ ਇਸ ਅਵਸਥਾ ਦੇ ਵਿੱਚ। ਤਾਂ 13+ ਟੀਨ ਏਜ ਇਸ ਨੂੰ ਮਤਲਬ ਕੀ ਕਿਹਾ ਜਾਂਦਾ ਤੂਫਾਨੀ ਅਵਸਥਾ ਕਿਹਾ ਜਾਂਦਾ। ਇਸ ਤੋਂ ਬਿਨਾਂ ਲਿੰਗਕ ਪ੍ਰਵਿਰਤੀਆਂ ਇਸ ਦੇ ਵਿੱਚ ਜ਼ਿਆਦਾ ਉੱਭਰਦੀਆਂ ਨੇ ਹੈ ਨਾ, ਤਾਂ ਓਪੋਜਿਟ ਸੈਕਸ ਦੇ ਪ੍ਰਤੀ ਅਟਰੈਕਸ਼ਨ ਹੋਈ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਜੈਨੀਟਲ ਸਟੇਜ ਦੇ ਵਿੱਚ ਆਉਂਦੀਆਂ ਨੇ। ਤਾਂ ਇਸ ਤਰੀਕੇ ਨਾਲ ਇਹ ਜੋ ਫਰੋਇਡ ਸੀ ਇਹ ਆਪਣਾ ਸਾਈਕੋ ਸੈਕਸੁਅਲ ਡਿਵੈਲਪਮੈਂਟ ਵਾਲੀ ਦੀ ਇਹ ਐਸਪੈਕਟ ਦੇ ਵਿੱਚ ਇਹ 5 ਅਵਸਥਾਵਾਂ ਦੀ ਗੱਲ ਕਰਦਾ ਹੈ। ਇਹਨਾਂ 5 ਅਵਸਥਾ ਨੂੰ ਧਿਆਨ ਦੇ ਵਿੱਚ ਰੱਖਿਓ ਇਸੇ ਤਰ੍ਹਾਂ। ਠੀਕ ਹੈ ਜੀ, ਤਾਂ ਇਹ ਆਪਣਾ ਜੋ ਇਸ ਦੇ ਐਸਪੈਕਟ ਸੀ ਅਲੱਗ-ਅਲੱਗ ਇਹ ਡਿਸਕਸ ਹੋ ਗਏ ਨੇ। ਹੁਣ ਅਸੀਂ ਕੁਝ ਦੇਖ ਲਓ ਜੀ ਜੋ ਫਰਾਇਡ ਸੀ ਇਸ ਦੇ ਇੰਪੋਰਟੈਂਟ ਵਰਕ ਕਿਹੜੇ ਸੀ। ਇੱਕ ਤਾਂ ਦੇਖੋ ਸਾਈਕੋ ਸੈਕਸੁਅਲ ਅਪਰੋਚ ਹੋ ਗਿਆ, ਡਾਇਨਾਮਿਕ ਅਪਰੋਚ ਹੋ ਗਿਆ, ਲਿਬਿਡੋ, ਇਰੋਸ। ਠੀਕ ਹੈ, ਥੈਨਾਟੋਸ ਟਰਮਸ। ਤਾਂ ਥੈਨਾਟੋਸ ਇਰੋਸ ਆਪਾਂ ਇਹ ਬਸ ਚੀਜ਼ਾਂ ਜਿਹੜੀਆਂ ਸਮਝ ਚੁੱਕੇ ਹਾਂ। ਲਿਬਿਡੋ ਨੂੰ ਆਪਾਂ ਅੱਗੇ ਥੋੜ੍ਹਾ ਜਿਹਾ ਡਿਸਕਸ ਹੋਰ ਕਰਾਂਗੇ। ਹੁਣ ਅਸੀਂ ਮੋਟੀਵੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਦੇਖਦੇ ਹਾਂ ਵੀ ਮੋਟੀਵੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਜੋ ਸਿਗਮੰਡ ਫਰੋਇਡ ਹੈ ਉਹ ਕਿੱਦਾਂ ਦੀ ਗੱਲ ਕਰਦਾ ਹੈ। ਤਾਂ ਦੇਖੋ ਜੀ ਸਭ ਤੋਂ ਪਹਿਲਾਂ ਦੇਖੋ ਪ੍ਰੇਰਨਾ ਦਾ ਮਨੋਵਿਸ਼ਲੇਸ਼ਣਾਤਮਕ ਸਿਧਾਂਤ ਯਾਨੀ ਕਿ ਸਾਈਕੋ ਐਨਾਲਿਟੀਕਲ ਥਿਊਰੀ ਆਫ ਮੋਟੀਵੇਸ਼ਨ। ਫਰਾਇਡ ਨੇ ਵਿਵਹਾਰ ਦੀ ਅਵਸਥਾ ਦੇ ਰੂਪ ਵਿੱਚ ਅਚੇਤਨ ਪ੍ਰੇਰਨਾ ਨੂੰ ਪੇਸ਼ ਕਰਕੇ ਮਤਲਬ ਉਹੀ ਚੀਜ਼ ਹੋ ਗਈ ਵੀ ਇਹ ਅਨਕੌਂਸ਼ੀਅਸ ਕਹਿ ਸਕਦੇ ਹਾਂ ਅਨਕੌਂਸ਼ੀਅਸ ਮੋਟੀਵੇਸ਼ਨ ਪੇਸ਼ ਕਰਕੇ ਮਨੋਵਿਗਿਆਨ ਦੇ ਸਿਧਾਂਤ ਅਤੇ ਕਾਰਜ ਪ੍ਰਣਾਲੀ ਦੇ ਵਿੱਚ ਇਸਨੇ ਕ੍ਰਾਂਤੀ ਲਿਆਂਦੀ ਸੀ। ਮਤਲਬ ਕਿ ਮਨੋਵਿਗਿਆਨ ਨੂੰ ਸਾਈਕੋ ਨੂੰ ਇੱਕ ਨਵਾਂ ਹੀ ਮੋੜ ਦੇ ਦਿੱਤਾ ਸੀ ਇਹਨੇ ਵਿੱਚੋਂ ਸਾਈਕੋ ਐਨਾਲਿਸਿਸ ਦੇ ਥਰੂ ਵਿੱਚ ਅਚੇਤਨ ਪ੍ਰੇਰਨਾ ਨੂੰ ਐਡ ਕਰਕੇ। ਠੀਕ ਹੈ ਜੀ, ਵਿਵਹਾਰ ਦੇ ਕਾਰਨਾਂ ਨੂੰ ਲੱਭਿਆ, ਕੁਝ ਅਜਿਹੀਆਂ ਸ਼ਕਤੀਆਂ ਤਾਕਤਾਂ ਦੀ ਵਿਆਖਿਆ ਕੀਤੀ ਜੋ ਕਿਰਿਆ ਕਰਨ ਲਈ ਪ੍ਰੇਰਿਤ ਕਰਦੀਆਂ ਨੇ। ਮਤਲਬ ਕਿ ਇਹ ਕੀ ਆਖਦਾ ਸੀ ਕਹਿੰਦਾ ਵੀ ਜਿਵੇਂ ਲਿਬਿਡੋ ਹੋਈ, ਇਰੋਸ ਹੋਇਆ, ਥੈਨਾਟੋਸ ਹੋਇਆ, ਇਸ ਤੋਂ ਬਿਨਾਂ ਇਹ ਚੀਜ਼ਾਂ ਦੀ ਗੱਲ ਕਰਦਾ ਸੀ। ਤਾਂ ਇਹ ਮਤਲਬ ਇੱਕ ਸੁਪਨਿਆਂ ਦੀ ਗੱਲ ਕਰਦਾ ਇਹ ਹੈ ਨਾ, ਡਰੀਮ ਸਿਚੁਏਸ਼ਨਸ ਦੀ ਗੱਲ ਕਰਦਾ। ਤਾਂ ਇਹ ਸਭ ਚੀਜ਼ਾਂ ਕਹਿੰਦਾ ਉਹ ਚੀਜ਼ਾਂ ਨੇ ਉਹ ਸ਼ਕਤੀਆਂ ਨੇ ਜਿਹੜੀਆਂ ਆਪਾਂ ਨੂੰ ਪ੍ਰੇਰਿਤ ਕਰਦੀਆਂ ਨੇ ਕਿਸੇ ਵੀ ਤਰੀਕੇ ਨਾਲ। ਜਿਵੇਂ ਇਰੋਸ ਹੈ, ਥੈਨਾਟੋਸ ਹੈ ਨਾ, ਜਿਵੇਂ ਉਹ ਲਾਈਫ ਇੰਸਟਿੰਕਟ ਦੀ ਗੱਲ ਕੀਤੀ ਆਪਾਂ ਨੇ। ਇਸ ਤੋਂ ਬਿਨਾਂ ਕਹਿ ਸਕਦੇ ਹਾਂ ਡੈਥ ਇੰਸਟਿੰਕਟ ਦੀ ਗੱਲ ਕੀਤੀ ਹੈ। ਉਹ ਕਹਿੰਦਾ ਵੀ ਆਪਣੇ ਅੰਦਰ ਇੱਛਾਵਾਂ ਨੇ, ਮੂਲ ਪ੍ਰਵਿਰਤੀਆਂ ਨੇ, ਆਪਣੇ ਅੰਦਰ ਚੰਗੀਆਂ ਪ੍ਰਵਿਰਤੀਆਂ ਹੋਣਗੀਆਂ ਆਪਾਂ ਚੰਗੇ ਕੰਮ ਵੱਲ ਉਤੇਜਿਤ ਹੋ ਜਾਂਗੇ, ਪ੍ਰੇਰਿਤ ਹੋ ਜਾਂਗੇ। ਹੋ ਸਕਦਾ ਬੱਚੇ ਦੇ ਵਿੱਚ ਇੱਕ ਆਦਮੀ ਦੇ ਵਿੱਚ ਵਿਅਕਤੀ ਦੇ ਵਿੱਚ ਕਿ ਹੁਣ ਮਾੜੀਆਂ ਪ੍ਰਵਿਰਤੀਆਂ ਹੁਣ ਉਹ ਮਾੜੇ ਕੰਮ ਵੱਲ ਮੋਟੀਵੇਟ ਹੋ ਜਾਊਗਾ ਵੀ ਮੈਨੂੰ ਕਰ ਦੇਣਾ ਚਾਹੀਦਾ ਮਾੜਾ ਕੰਮ ਵੀ, ਚੰਗੀਆਂ ਪ੍ਰਵਿਰਤੀਆਂ ਹੋਣਗੀਆਂ ਤਾਂ ਚੰਗੇ ਕੰਮ ਵੱਲ ਮੋਟੀਵੇਟ ਹੋ ਜਾਊਗਾ। ਤਾਂ ਇਸ ਤਰੀਕੇ ਨਾਲ ਉਹ ਵਿਵਹਾਰ ਦੀ ਮੂਲ ਪ੍ਰਵਿਰਤੀਆਂ ਦੀ ਗੱਲ ਕਰਦਾ ਹੈ। ਠੀਕ ਹੈ ਜੀ, ਨੈਕਸਟ ਇਹਨੇ ਕੁਝ ਟਰਮਾਂ ਦਿੱਤੀਆਂ ਨੇ ਵੈਸੇ ਆਪਾਂ ਚੀਜ਼ਾਂ ਕਹਿ ਚੁੱਕੇ ਹਾਂ ਨਾ, ਲਿਬਿਡੋ, ਇਰੋਸ, ਥੈਨਾਟੋਸ, ਡਰੀਮ ਐਨਾਲਿਸਿਸ, ਕੌਨਸ਼ੀਅਸਨੈਸ, ਅਨਕੌਨਸ਼ੀਅਸਨੈਸ, ਇਹ ਸਭ ਟਰਮਾਂ ਦੀ ਇਹ ਗੱਲ ਕਰਦਾ ਹੈ। ਲਿਬਿਡੋ ਕੀ ਹੈ ਹੁਣ ਲਿਬਿਡੋ ਨੂੰ ਸਮਝਦੇ ਆਪਾਂ। ਲਿਬਿਡੋ ਵਿੱਚ ਲਿੰਗ ਪ੍ਰਵਿਰਤੀਆਂ ਦੇ ਸਰੀਰਕ ਅਤੇ ਮਾਨਸਿਕ ਪੱਖ ਹਨ। ਮਤਲਬ ਕਿ ਸਰੀਰਕ ਅਤੇ ਮਾਨਸਿਕ ਦੋਨੋਂ ਪੱਖ ਇਸ ਦੇ ਵਿੱਚ ਕੰਬਾਈਨਡ ਨੇ। ਠੀਕ ਹੈ, ਲਿਬਿਡੋ ਕੀ ਹੈ ਕੱਚੀ ਕਾਮੁਕਤਾ, ਮਤਲਬ ਕਿ ਕਾਮ ਪ੍ਰਵਿਰਤੀ ਹੈ ਇੱਕ। ਠੀਕ ਹੈ, ਕਾਮੁਕ ਸੰਬੰਧਾਂ ਨੂੰ ਬਣਾਈ ਰੱਖਣ ਦੀ ਇੱਕ ਮਾਨਸਿਕ ਸ਼ਕਤੀ ਹੈ। ਠੀਕ ਹੈ, ਮਤਲਬ ਕਿ ਆਪਣੇ ਵਿੱਚ ਕੀ ਹੁੰਦੇ ਵੀ ਕਾਮ ਪ੍ਰਵਿਰਤੀ ਹੁੰਦੀ ਹੈ।
ਪਰ ਉਸ ਨੂੰ ਕੀ ਕੀਤਾ ਜਾਂਦਾ, ਕਹਿੰਦਾ ਵੀ ਵਿਹਾਰ ਅਤੇ ਪ੍ਰੇਰਨਾਤਮਕ ਘਟਨਾਵਾਂ ਜਿਵੇਂ ਸਭੈ ਪਿਆਰ, ਵੀ ਖੁਦ ਨਾਲ ਪਿਆਰ ਪਾ ਲਿਆ ਉਹਨੇ, ਅਤੇ ਬੱਚੇ ਲਈ ਮਾਂ ਦਾ ਪਿਆਰ ਹੋਇਆ, ਧਾਰਮਿਕ ਪਿਆਰ ਹੋਇਆ, ਆਨੰਦਾਤਮਕ ਕਿਰਿਆ ਜਿਸ ਵਿੱਚ ਵਿਅਕਤੀ ਰੁੱਝਿਆ ਰਹਿੰਦਾ, ਉਹ ਇਹਨਾਂ ਕੰਮਾਂ ਦੇ ਵਿੱਚ ਰੁੱਝ ਕੇ ਕੀ ਕਰਦਾ, ਆਪਣੀਆਂ ਜਿਹੜੀਆਂ ਕਾਮੁਕ ਪ੍ਰਵਿਰਤੀਆਂ ਨੇ ਉਹਨਾਂ ਨੂੰ ਮਤਲਬ ਇੱਕ ਹੱਦ ਤੱਕ ਦਬਾ ਲੈਂਦਾ, ਪੂਰਤੀ ਕਰ ਲੈਂਦਾ, ਸੰਤੁਸ਼ਟ ਕਰ ਲੈਂਦਾ ਵਗੈਰਾ ਵਗੈਰਾ। ਠੀਕ ਹੈ, ਤਾਂ ਇਸ ਲਈ ਉਸ ਨੇ ਇਹਨਾਂ ਸਭ ਚੀਜ਼ਾਂ ਦੇ ਲਈ ਉਸਨੇ ਲਿਬਿਡੋ ਸ਼ਬਦ ਨੂੰ ਵਰਤਿਆ। ਠੀਕ ਹੈ, ਤਾਂ ਇਹ ਸਭ ਚੀਜ਼ਾਂ ਕੀ ਹੋ ਗਈਆਂ, ਲਿਬਿਡੋ ਹੋ ਗਈ। ਲਿਬਿਡੋ ਕੀ ਆਪਣੀ ਕਾਮ ਪ੍ਰਵਿਰਤੀ ਹੈ, ਪਰ ਇਸ ਨੂੰ ਮਤਲਬ ਹੋਰ ਕੰਮਾਂ ਦੇ ਵਿੱਚ ਵਿਅਕਤੀ ਹੈ ਜਿਹੜਾ ਕਹਿ ਸਕਦੇ ਹਾਂ ਰੁੱਝ ਕੇ ਇਹ ਚੀਜ਼ ਨੂੰ ਕੀ ਕਰ ਲੈਂਦਾ, ਰੋਕ ਲੈਂਦਾ, ਸ਼ਾਂਤ ਕਰ ਲੈਂਦਾ, ਮਤਲਬ ਇੱਕ ਸਹੀ ਸਟੇਜ ਸੰਤੁਸ਼ਟੀ ਲੈ ਲੈਂਦਾ। ਠੀਕ ਹੈ ਜੀ, ਤਾਂ ਇਹ ਸਭ ਆਪਾਂ ਡਿਸਕਸ ਕਰ ਲਈ ਹੈ। ਲਾਸਟ ਵਿੱਚ ਇੱਕ ਚੀਜ਼ ਹੋਰ ਡਿਸਕਸ ਕਰਨੀ ਬਣਦੀ ਹੈ ਫਰੋਇਡ ਦੇ ਨਾਲ ਰਿਲੇਟਡ, ਇਹ ਇੱਕ ਸੁਪਨ ਵਿਸ਼ਲੇਸ਼ਣ ਯਾਨੀ ਕਿ ਡਰੀਮ ਐਨਾਲਿਸਿਸ ਦੀ ਗੱਲ ਕਰਦਾ ਹੈ। ਸੁਪਨਿਆਂ ਨੂੰ ਇਹ ਕੀ ਆਖਦਾ, ਦੇਖੋ ਇੱਕ ਇੰਪੋਰਟੈਂਟ ਪੁਆਇੰਟ ਅਸੀਂ ਕੱਢ ਕੇ ਲੈ ਕੇ ਆਏ ਹਾਂ ਕਿ ਅਚੇਤਨ ਵੱਲ ਸ਼ਾਹੀ ਸੜਕ, ਮਤਲਬ ਆਪਾਂ ਨੇ ਅਨਕੌਂਸ਼ੀਅਸ ਪੜ੍ਹਿਆ ਸੀ ਨਾ, ਤਾਂ ਅਨਕੌਂਸ਼ੀਅਸ ਵੱਲ ਕਹਿੰਦਾ ਜਿਹੜੇ ਸੁਪਨੇ ਨੇ ਉਹ ਕੀ ਕਰਦੇ ਨੇ, ਇੱਕ ਰੋਡ ਦੀ ਤਰ੍ਹਾਂ ਕੰਮ ਕਰਦੇ ਨੇ। ਫੋਰ ਐਗਜ਼ਾਮਪਲ ਕਹਿੰਦਾ ਇਹ ਆਪਣਾ ਅਨਕੌਂਸ਼ੀਅਸ ਮਾਈਂਡ ਹੈ, ਜਿਹੜਾ ਆਪਾਂ ਨੂੰ ਸੁਪਨਾ ਆਊਗਾ ਉਹ ਡਾਇਰੈਕਟ ਰੋਡ ਦੀ ਤਰ੍ਹਾਂ ਕੰਮ ਕਰੂਗਾ, ਸ਼ਾਹੀ ਰੋਡ ਵਾਂਗ ਆਪਾਂ ਨੂੰ ਅਨਕੌਂਸ਼ੀਅਸ ਦੇ ਵਿੱਚ ਲੈ ਕੇ ਜਾਊਗਾ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਇੱਕ ਇੰਪੋਰਟੈਂਟ ਟਰਮ ਹੈ, ਇਹਨੂੰ ਧਿਆਨ ਦੇ ਕੇ ਰੱਖਿਓ ਵੀ ਫਰੋਇਡ ਸੁਪਨਿਆਂ ਨੂੰ ਕੀ ਆਖਦਾ, ਤਾਂ ਉਹ ਸੁਪਨਿਆਂ ਨੂੰ ਕੀ ਆਖਦਾ ਜੀ, ਅਚੇਤਨ ਵੱਲ ਸ਼ਾਹੀ ਸੜਕ ਆਖਦਾ, ਯਾਨੀ ਕਿ ਰੋਇਲ ਰੋਡ ਆਫ ਅਨਕੌਂਸ਼ੀਅਸ ਆਖਦਾ। ਠੀਕ ਹੈ ਜੀ, ਅਤੇ ਇਸ ਤੋਂ ਬਾਅਦ ਅਸੀਂ ਮੋਟੀਵੇਸ਼ਨ ਦੀਆਂ ਥਿਊਰੀਆਂ ਪੜ੍ਹ ਰਹੇ ਹਾਂ। ਦੱਸ ਦਈਏ ਕਿ ਪਹਿਲੇ ਨੰਬਰ 'ਤੇ ਆਪਾਂ ਨੇ ਮੈਸਲੋ ਪੜ੍ਹਿਆ ਸੀ, ਦੂਸਰੇ ਨੰਬਰ 'ਤੇ ਆਪਾਂ ਨੇ ਫਰੋਇਡ ਦਾ ਲਿਬਿਡੋ ਵਾਲਾ ਥਿਊਰੀ ਪੜ੍ਹ ਲਈ, ਸਾਈਕੋ ਐਨਾਲਿਸਿਸ ਦੀ ਗੱਲ ਕਰ ਲਈ। ਠੀਕ ਹੈ, ਅਤੇ ਇਸ ਤੋਂ ਬਾਅਦ ਨੰਬਰ 3 ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਜੀ ਪ੍ਰੇਰਨਾ ਪ੍ਰਾਪਤੀ ਦਾ ਸਿਧਾਂਤ। ਠੀਕ ਹੈ, ਪ੍ਰਾਪਤੀ ਪ੍ਰੇਰਨਾ ਸਿਧਾਂਤ ਯਾਨੀ ਕਿ ਥਿਊਰੀ ਆਫ ਅਚੀਵਮੈਂਟ ਮੋਟੀਵੇਸ਼ਨ, ਇੰਪੋਰਟੈਂਟ ਚੀਜ਼ ਹੈ, ਇਹਨੂੰ ਧਿਆਨ ਨਾਲ ਜ਼ਰੂਰ ਸੁਣਿਓ। ਤਾਂ ਇਸ ਦੇ ਵਿੱਚ ਕੀ ਹੈ, ਦੇਖੋ ਇਸ ਦੇ ਨਾਮ ਤੋਂ ਹੀ ਕਲੀਅਰ ਹੋ ਰਿਹਾ, ਅਚੀਵਮੈਂਟ ਮਤਲਬ ਪ੍ਰਾਪਤੀ, ਵੀ ਆਪਾਂ ਕੁਛ ਪ੍ਰਾਪਤ ਕਰਨ ਦੇ ਲਈ ਕੀ ਹੁੰਦੇ ਹਾਂ, ਮੋਟੀਵੇਟ ਹੁੰਦੇ ਹਾਂ। ਠੀਕ ਹੈ, ਸਿੰਪਲ ਜੀ ਗੱਲ ਹੈ। ਤਾਂ ਹੁਣ ਇਹਦਾ ਮੀਨਿੰਗ ਸਮਝ ਲਓ ਜੀ। ਪਹਿਲਾਂ ਕਿਸੇ ਚੀਜ਼ ਦੀ ਪ੍ਰਾਪਤੀ ਲਈ ਦ੍ਰਿੜ ਰਹਿਣ ਜਾਂ ਪਛਾਣ ਪ੍ਰਾਪਤ ਕਰਨ ਦੀ ਬਹੁਤ ਤੀਬਰ ਅੰਤਰ ਪ੍ਰੇਰਨਾ, ਉਸ ਨੂੰ ਕੀ ਆਖਦਾ, ਇਹ ਪ੍ਰਾਪਤੀ ਪ੍ਰੇਰਨਾ ਆਖਦਾ। ਸਮਝ ਰਹੇ ਹੋ, ਅਚੀਵਮੈਂਟ ਮੋਟੀਵੇਸ਼ਨ ਕਿਸ ਨੂੰ ਆਖਦਾ, ਇਹ ਕਹਿੰਦਾ ਕਿਸੇ ਚੀਜ਼ ਨੂੰ ਆਪਣੇ ਪ੍ਰਾਪਤ ਕਰਨ ਅਤੇ ਆਪਣੇ ਅੰਦਰ ਪੂਰੀ ਦ੍ਰਿੜ ਇੱਛਾ ਹੈ, ਪੂਰੀ ਦ੍ਰਿੜ ਇੱਛਾ, ਇੱਕ ਤੀਬਰ ਪ੍ਰੇਰਨਾ ਹੈ ਅੰਦਰ। ਠੀਕ ਹੈ, ਅੰਤਰ ਪ੍ਰੇਰਨਾ ਦੀ ਗੱਲ ਕਰਦਾ, ਇਹ ਵੀ ਧਿਆਨ 'ਚ ਰੱਖਿਓ ਵੀ ਅੰਤਰ ਪ੍ਰੇਰਨਾ ਕਹਿੰਦਾ ਜਿਸ ਬੇਸ 'ਤੇ ਆਪਾਂ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਉਹ ਕੀ ਹੈ, ਪ੍ਰਾਪਤੀ ਪ੍ਰੇਰਨਾ। ਸਿੰਪਲ ਜੀ ਗੱਲ ਹੈ। ਅਤੇ ਇਸ ਦੇ ਸਪੋਰਟਰ ਦੇ ਵਿੱਚ ਜੇ ਆਪਾਂ ਮੇਨ ਗੱਲ ਕਰੀਏ, ਇੱਕ ਇਹ ਪੁੱਠਾ ਜਿਹਾ ਨਾਮ ਆਉਂਦਾ। ਠੀਕ ਹੈ, ਪਤਾ ਨਹੀਂ ਪੁੱਠੇ ਜਿਹੇ ਨਾਂ ਨੂੰ ਕੀ ਬੋਲਾਂਗੇ, ਮੇਰੇ ਕਿਹੜਾ ਮਾਸੀ ਦਾ ਮੁੰਡਾ ਲੱਗਦਾ ਵੀ ਆਪਾਂ ਇਹਨੂੰ ਨਾਮ ਲੈ ਕੇ ਬੁਲਾਇਆ ਹੋਊਗਾ, ਬਸ ਇੱਦਾਂ ਸਮਝ ਲਓ ਵੀ ਇਹਦਾ ਇੱਕ ਪੁੱਠਾ ਜਿਹਾ ਨਾਂ ਹੈ ਕੋਈ, ਹੈ ਨਾ। ਮੈਕਲੈਂਡ ਕਹਿ ਲਓ, ਮੈਕਲੀਲੈਂਡ ਕਹਿ ਲਓ। ਠੀਕ ਹੈ, ਮੈਕਲੈਂਡ ਕਹਿਣਾ ਸਹੀ ਰਹੇਗਾ। ਮੈਕਲੈਂਡ ਅਤੇ ਇੱਕ ਇਹਦਾ ਹੋਰ ਸਾਥੀ ਸੀ ਐਟਕਿਨਸਨ। ਤਾਂ ਇਹ ਦੋਨੋਂ ਕੀ ਕਰਦੇ ਨੇ, ਇੱਕ ਪਰਿਭਾਸ਼ਾ ਦਿੰਦੇ ਨੇ, ਉਹ ਪਰਿਭਾਸ਼ਾ ਤੋਂ ਆਪਾਂ ਨੂੰ ਇਸ ਦਾ ਮੀਨਿੰਗ ਕਲੀਅਰ ਹੋ ਜਾਏਗਾ, ਆਪਾਂ ਪਰਿਭਾਸ਼ਾ ਨੂੰ ਸਮਝਦੇ ਹਾਂ। ਠੀਕ ਹੈ, ਇਹ ਕੌਣ ਹੈ, ਇਹ ਕੌਣ ਹੈ, ਕਿ ਤੁਹਾਡੀ ਰਿਸ਼ਤੇਦਾਰੀ 'ਚ ਤਾਂ ਨਹੀਂ ਇਹ ਕੋਈ, ਇੱਕ ਵਾਰ ਕਮੈਂਟ ਕਰਕੇ ਦੱਸਿਓ। ਮੈਕਲੀਲੈਂਡ ਐਂਡ ਐਟਕਿਨਸਨ ਦੇ ਅਨੁਸਾਰ ਪ੍ਰਾਪਤੀ ਦੀ ਲੋੜ, ਮਤਲਬ ਕਿ ਜੋ ਆਪਾਂ ਪੜ੍ਹਿਆ ਦੇਖੋ, ਨੀਡ ਫਾਰ ਅਚੀਵਮੈਂਟ, ਪ੍ਰਾਪਤੀ ਦੀ ਲੋੜ ਉੱਦਮਕਰਤਾ ਵਾਲੇ ਵਿਅਕਤੀਆਂ ਵਿੱਚ ਜ਼ਿਆਦਾ ਹੁੰਦੀ ਹੈ ਜੋ ਜ਼ਿੰਮੇਵਾਰੀ ਦੇ ਕੰਮਾਂ 'ਤੇ ਖਤਰੇ ਲੈਣ ਵਾਲੇ ਹੁੰਦੇ ਹਨ। ਮੰਨ ਕੇ ਚੱਲੋ, ਅਚੀਵ ਤਾਂ ਸਾਰੇ ਕਰਨਾ ਚਾਹੁੰਦੇ ਨੇ, ਸਾਰੇ ਚਾਹੁੰਦੇ ਨੇ ਮੈਨੂੰ ਮਿਲੇ, ਵੀ ਮੈਨੂੰ ਸਫਲਤਾ ਮਿਲੇ, ਮੈਨੂੰ ਨੌਕਰੀ ਮਿਲੇ, ਮੈਨੂੰ ਪੈਸਾ ਮਿਲੇ, ਸਾਰੇ ਚਾਹੁੰਦੇ ਨੇ ਵੀ ਮੈਨੂੰ ਮਿਲੇ, ਪਰ ਮਿਲਦਾ ਕਿਹਨੂੰ ਹੈ, ਜੋ ਉੱਦਮ ਕਰਦਾ ਹੈ। ਬਸ ਇਹਨਾਂ ਨੇ ਸਿੰਪਲ ਜੀ ਗੱਲ ਕੀ ਆਖੀ ਹੈ, ਕਹਿੰਦਾ ਜੋ ਉੱਦਮ ਕਰਨ ਵਾਲੇ ਹੁੰਦੇ ਨੇ, ਜੋ ਜ਼ਿੰਮੇਵਾਰੀਆਂ ਚੁੱਕਣ ਵਾਲੇ ਹੁੰਦੇ ਨੇ, ਖਤਰੇ ਲੈਣ ਵਾਲੇ ਹੁੰਦੇ ਨੇ, ਜੋ ਚਾਹੁੰਦੇ ਨੇ ਵੀ ਮੈਂ ਅਸਫਲ ਵੀ ਹੋ ਗਿਆ, ਮੈਂ ਖਤਰਾ ਲੈਣਾ ਹੈ, ਕੀ ਹੋਇਆ ਜਿਵੇਂ ਇੱਥੋਂ ਪੇਪਰ ਨਾ ਪਾਸ ਹੋਏ, ਮੈਂ ਕੋਸ਼ਿਸ਼ ਤਾਂ ਕਰਨੀ ਹੈ। ਠੀਕ ਹੈ, ਤਾਂ ਜ਼ਿੰਮੇਵਾਰੀ ਤਾਂ ਉਠਾਉਣੀ ਹੈ, ਮੈਂ ਜ਼ਿੰਮੇਵਾਰੀ ਲੈਣੀ ਹੈ, ਮੈਂ ਕਲਾਸਾਂ ਪੂਰੀਆਂ ਲਾਵਾਂਗਾ, ਕਲਾਸਾਂ ਲਗਾਉਣਾ ਮੇਰੀ ਜ਼ਿੰਮੇਵਾਰੀ ਹੈ, ਪੇਪਰ ਪਾਸ ਨਾ ਹੋਣਾ, ਹੈ ਨਾ। ਉਹ ਕੀ ਕਰਦੇ ਨੇ, ਕਹਿੰਦੇ ਮਾਲੀ ਦਾ ਕੰਮ ਪਾਣੀ ਲਾਉਣਾ, ਪਰ ਮਸ਼ਕਾਂ ਪਾਵੇ, ਫਲ ਲਾਣਾ ਨਾ ਲਾਣਾ, ਹੱਥ ਉਸ ਦਾਤੇ ਦੇ, ਲਾਵੇ ਚਾਹੇ ਨਾ ਲਾਵੇ। ਉਹ ਗੱਲ ਹੈ ਵੀ ਮਤਲਬ ਉੱਦਮ ਕਰਨਾ ਜ਼ਰੂਰੀ ਹੈ। ਹੁਣ ਇਹ ਸਿੰਪਲ ਇਹੀ ਗੱਲ ਆਖਦੇ ਨੇ, ਕਹਿੰਦੇ ਵੀ ਜੋ ਉੱਦਮ ਕਰਨ ਵਾਲੇ ਵਿਅਕਤੀ ਹੁੰਦੇ ਨੇ ਨਾ, ਜੋ ਮਿਹਨਤ ਕਰਦੇ ਨੇ, ਉੱਦਮ ਕਰਦੇ ਨੇ, ਤਾਂ ਉਹ ਕੀ ਕਰਦੇ ਨੇ, ਜ਼ਿਆਦਾ ਪ੍ਰਾਪਤ ਕਰਦੇ ਨੇ। ਤਾਂ ਸਿੰਪਲ ਜੀ ਗੱਲ ਹੈ ਵੀ ਪ੍ਰਾਪਤੀ ਦੀ ਲੋੜ ਕਿੰਨਾ 'ਚ ਹੋਊਗੀ, ਜੋ ਉੱਦਮ ਕਰਦੇ ਨੇ। ਠੀਕ ਹੈ, ਅਤੇ ਜ਼ਿੰਮੇਵਾਰੀ ਜ਼ਿਆਦਾ ਉਠਾ ਸਕਦੇ ਨੇ। ਤਾਂ ਸਿੰਪਲ ਜੀ ਗੱਲ ਇੰਨੀ ਕੀ ਗੱਲ ਸੀ ਇਹਦੇ ਵਿੱਚ, ਬਸ ਕੋਈ ਖਾਸ ਹੋਰ ਨਹੀਂ ਹੈਗਾ ਕੁਛ ਇਹਦੇ ਵਿੱਚ। ਠੀਕ ਹੈ, ਅਤੇ ਇਸ ਤੋਂ ਬਿਨਾਂ ਇਸ ਨੂੰ ਕੁਝ ਜਿਹੜੀ ਆਪਾਂ ਨੇ ਮਤਲਬ ਇਹ ਅਚੀਵਮੈਂਟ ਮੋਟੀਵੇਸ਼ਨ ਦੀ ਥਿਊਰੀ ਡਿਸਕਸ ਕੀਤੀ ਹੈ, ਇਹਨੂੰ ਮਤਲਬ ਅਲੱਗ-ਅਲੱਗ ਨਾਮਾਂ ਦੇ ਨਾਲ ਜਾਂ ਕਹਿ ਲਓ ਇਸ ਦੇ ਵਿੱਚ ਕੁਝ ਟਰਮਾਂ ਨੇ, ਇਹਨਾਂ ਨੂੰ ਸਮਝਣਾ ਮੋਸਟ ਇੰਪੋਰਟੈਂਟ ਹੈ। ਦੇਖੋ ਅਦਰ ਨੇਮ ਕੀ ਹੋ ਸਕਦੇ ਨੇ, ਇਹਨੂੰ ਕਈ ਵਾਰ ਪ੍ਰਾਪਤੀ ਪ੍ਰਯੋਜਨ ਲਿਖ ਦਿੱਤਾ ਜਾਂਦਾ, ਤੁਸੀਂ ਉਲਝ ਨਾ ਜਾਇਓ। ਸਿੰਪਲ ਉਹ ਕੀ ਹੈ, ਅਚੀਵਮੈਂਟ ਮੋਟੀਵੇਸ਼ਨ ਹੈ। ਇਹਨੂੰ ਕਈ ਵਾਰ ਨਿਪੁੰਨਤਾ ਪ੍ਰਯੋਜਨ ਕਹਿਤਾ, ਸਿੰਪਲ ਉਹੀ ਚੀਜ਼ ਹੈ। ਠੀਕ ਹੈ, ਪ੍ਰਾਪਤੀ ਲਈ ਲੋੜ ਕਹਿਤਾ, ਨੀਡ ਫॉर ਅਚੀਵਮੈਂਟ ਕਹਿਤਾ, ਸਾਰੀਆਂ ਸੇਮ ਚੀਜ਼ਾਂ ਹੀ ਨੇ, ਬਸ ਤੁਹਾਨੂੰ ਕਈ ਵਾਰ ਨਾਮ ਉਰਾਂ ਪਰਾਂ ਕਰਤਾ ਅਤੇ ਤੁਹਾਡਾ ਨੰਬਰ ਉਹ ਖਿਸਕ ਗਿਆ, ਇਹ ਨਾ ਕਰਿਓ। ਠੀਕ ਹੈ, ਤੁਸੀਂ ਕਲਾਸ
ਲਗਾਈਏ ਤਾਂ ਇੰਨਾ ਕੁ ਤਾਂ ਬੈਨੀਫਿਟ ਲੈ ਕੇ ਜਾਇਓ। ਠੀਕ ਹੈ, ਇੱਕ ਇਹ ਗੱਲ ਕਰਦਾ ਜੀ ਪ੍ਰਾਪਤੀ ਪੁੰਜ ਦੀ। ਪ੍ਰਾਪਤੀ ਪੁੰਜ ਕੀ ਹੈ? ਕਹਿੰਦਾ ਆਪਣੀ ਨਿਸ਼ਪੱਤੀ ਦੀ ਸ੍ਰੇਸ਼ਟਤਾ ਦਾ ਮੁਲਾਂਕਣ। ਮਤਲਬ ਕਿ ਜਿਵੇਂ ਆਪਾਂ ਗੱਲ ਕੀਤੀ ਵੀ ਜੋ ਉਦਮ ਕਰਤਾ ਹੈ, ਮਤਲਬ ਕਿ ਜੋ ਮਿਹਨਤ ਕਰਨ ਵਾਲਾ, ਜੋ ਚਾਹੁੰਦਾ ਮੈਂ ਕੁਛ ਪ੍ਰਾਪਤ ਕਰਾਂ, ਤਾਂ ਉਹ ਕੀ ਕਰਦਾ, ਜਿਹੜੀ ਆਪਣੀ ਪਰਫੋਰਮੈਂਸ ਹੈ ਉਸ ਦਾ ਮੁਲਾਂਕਣ ਕਰਦਾ ਹੈ ਵੀ ਉਸ ਵਿੱਚ ਕਿੰਨੀ ਕੁ ਪਰਫੈਕਸ਼ਨ ਹੈ ਨਾ, ਵੀ ਕਿੰਨਾ ਕੁ ਮੈਂ ਪਰਫੈਕਟ ਹਾਂ ਆਪਣੀ ਪਰਫੋਰਮੈਂਸ ਦੇ ਵਿੱਚ, ਉਹ ਇਸ ਚੀਜ਼ ਦਾ ਮੁਲਾਂਕਣ ਕਰਦਾ, ਜਿਹਨੂੰ ਉਹ ਪ੍ਰਾਪਤੀ ਪੁੰਜ ਆਖਿਆ ਗਿਆ। ਠੀਕ ਹੈ ਜੀ। ਅਤੇ ਪ੍ਰਾਪਤੀ ਪੁੰਜ ਅਤੇ ਇੱਕ ਗੱਲ ਹੋਰ, ਅਚੀਵਮੈਂਟ ਦੇ ਲਈ ਕੀ ਹੈ? ਕਹਿੰਦਾ ਅਚੀਵਮੈਂਟ ਦੇ ਲਈ ਅਚੀਵਮੈਂਟ, ਸੰਬੰਧ ਯਾਨੀ ਕਿ ਐਫੀਲੀਏਸ਼ਨ ਅਤੇ ਸ਼ਕਤੀ ਲੋੜਾਂ, ਇਹ ਸਭ ਪ੍ਰੇਰਨਾ ਲਈ ਕੀ ਨੇ? ਮਹੱਤਵਪੂਰਨ ਨੇ। ਮਤਲਬ ਪ੍ਰਾਪਤੀ ਕਰਨਾ ਚਾਹੁੰਦੇ ਆਪਾਂ ਤਾਂ ਵੀ ਮੋਟੀਵੇਟ ਹੋਵਾਂਗੇ, ਤਾਂ ਵੀ ਆਪਾਂ ਪ੍ਰੇਰਨਾ ਮਿਲੂਗੀ ਆਪਾਂ ਨੂੰ। ਅਤੇ ਆਪਾਂ ਨੇ ਸੰਬੰਧ ਬਣਾ ਲਿਆ, ਮੰਨ ਕੇ ਚੱਲੋ ਆਪਾਂ ਨੇ ਫੋਰ ਐਗਜ਼ਾਮਪਲ ਸੰਬੰਧ ਇੱਦਾਂ ਬਣਾ ਲਿਆ ਵੀ ਤੁਸੀਂ ਪਹਿਲਾਂ ਵੀ ਪੀਐਸ ਟੈਟ ਦਿੱਤਾ ਸੀ, ਤੁਸੀਂ ਕੀ ਸੋਚ ਰਹੇ ਹੋ? ਪਹਿਲਾਂ 85 ਨੰਬਰ ਆ ਗਏ ਸੀ, ਫੋਰ ਐਗਜ਼ਾਮਪਲ ਤੁਸੀਂ 90 ਲੈਣੇ ਸੀ, ਤੁਸੀਂ ਸੋਚ ਰਹੇ ਹੋ ਪਹਿਲਾਂ 85 ਆ ਗਏ ਸੀ, ਪਹਿਲਾਂ ਮੈਂ ਇੰਨੀ ਕੁ ਸਾਈਕੋ ਪੜ੍ਹੀ ਸੀ, ਇੰਨਾ ਕੁ ਮੈਂ ਆਪਦਾ ਸਬਜੈਕਟ ਪੜ੍ਹਿਆ ਸੀ, ਇੰਨੀ ਕੁ ਪੰਜਾਬੀ, ਇੰਨੀ ਕੁ ਇੰਗਲਿਸ਼ ਪੜ੍ਹੀ ਸੀ, ਠੀਕ ਹੈ ਮੇਰੇ 85 ਬਣ ਗਏ ਸੀ। ਹੁਣ ਤੁਸੀਂ ਉਹ ਚੀਜ਼ ਨੂੰ ਨਾਲ ਜੋੜ ਰਹੇ ਹੋ, ਐਫੀਲੀਏਟ ਕਰ ਰਹੇ ਹੋ, ਮਤਲਬ ਕਿ ਸੰਬੰਧ ਜੋੜ ਰਹੇ ਹੋ। ਕਿਵੇਂ? ਯਾਰ ਸਾਈਕੋ ਦੇ ਪਹਿਲਾਂ ਮੈਂ ਇਹ ਟੌਪਿਕ ਛੱਡ ਗਿਆ ਸੀ, ਜੇ ਮੈਂ ਇਹਦੀ ਨਾ ਛੱਡ ਕੇ ਜਾਵਾਂ ਮੇਰੇ ਇੰਨੇ ਬਣ ਜਾਣਗੇ। ਪਹਿਲਾਂ ਮੈਂ ਪੰਜਾਬੀ ਇੰਨੀ ਡੀਪਲੀ ਪੜ੍ਹੀ ਨਹੀਂ ਸੀ, ਜੇ ਇੱਕ ਵਾਰ ਪੜ੍ਹ ਲਾਂ 1-2 ਦਿਨ ਲਾ ਕੇ ਇੰਨੇ ਬਣ ਜਾਣਗੇ। ਆਪਦੇ ਸਬਜੈਕਟ ਦਾ ਮੈਂ ਇਹ ਟੌਪਿਕ ਛੱਡਤਾ ਸੀ, ਇਹ ਟੌਪਿਕ ਮੈਂ ਅੱਜ ਪੜ੍ਹਦਾ। ਤੁਸੀਂ ਮਤਲਬ ਸੰਬੰਧ ਜੋੜ ਰਹੇ ਹੋ ਪਹਿਲਾਂ ਵਾਲੀ ਚੀਜ਼ ਨਾਲ। ਤਾਂ ਇਸ ਤਰ੍ਹਾਂ ਕਹਿੰਦੇ ਜਦੋਂ ਆਪਾਂ ਸੰਬੰਧ ਜੋੜਦੇ ਹਾਂ, ਇੱਕ ਤਾਂ ਦੇਖੋ ਪ੍ਰਾਪਤੀ ਦੀ ਚਾਹਨ ਹੈ ਤੁਹਾਡੇ ਅੰਦਰ ਵੀ ਤੁਸੀਂ ਚਾਹੁੰਦੇ ਹੋ ਮੈਂ ਪੀਐਸ ਟੈਟ ਪਾਸ ਕਰਾਂ, ਸੰਬੰਧ ਜੋੜ ਰਹੇ ਹੋ ਪਹਿਲਾਂ ਮੇਰੇ ਇੰਨੇ ਨੰਬਰ ਬਣ ਕੇ ਸੀ ਕਿ ਇੰਨੇ ਕੁ ਤਾਂ ਬਣ ਸਕਦੇ ਨੇ। ਇਸ ਤੋਂ ਬਿਨਾਂ ਸ਼ਕਤੀ ਦੀਆਂ ਲੋੜਾਂ, ਤੁਹਾਡੇ ਅੰਦਰ ਪਾਵਰ ਵੀ ਤਾਂ ਹੋਣੀ ਚਾਹੀਦੀ ਹੈ, ਲੋੜ ਵੀ ਤਾਂ ਹੋਣੀ ਚਾਹੀਦੀ ਹੈ, ਤੁਹਾਨੂੰ ਇਹ ਵੀ ਤਾਂ ਲੱਗੇ ਯਾਰ ਮੈਂ ਪਾਸ ਕਰਨਾ ਹੀ ਹੈ, ਕੀ ਪਤਾ ਫਿਰ ਕਿੰਨਾ ਚਿਰ ਨਾ ਆਵੇ, ਮੈਂ ਇਸ ਵਾਰ ਪਾਸ ਕਰਕੇ ਉਸ ਤੋਂ ਬਾਅਦ ਅਗਲੇ ਸਟੈਪ 'ਤੇ ਪਹੁੰਚਣੇ। ਤੁਹਾਡੇ ਅੰਦਰ ਇੱਕ ਲੋੜ ਵੀ ਹੋਵੇ, ਸ਼ਕਤੀ ਦੀ ਲੋੜਾਂ। ਠੀਕ ਹੈ, ਇਹ ਸਭ ਚੀਜ਼ਾਂ ਜਿਹੜੀਆਂ ਇਹ ਪ੍ਰੇਰਨਾ ਲਈ ਮਹੱਤਵਪੂਰਨ ਨੇ। ਤਾਂ ਇਹ ਚੀਜ਼ਾਂ ਨੂੰ ਆਪਾਂ ਡਿਸਕਸ ਕਰ ਲਿਆ ਜੀ ਅਚੀਵਮੈਂਟ ਮੋਟੀਵੇਸ਼ਨ ਦੇ ਵਿੱਚ। ਠੀਕ ਹੈ, ਇਹ ਸਭ ਚੀਜ਼ਾਂ ਜਿਹੜੀਆਂ ਅਚੀਵਮੈਂਟ ਮੋਟੀਵੇਸ਼ਨ ਦੇ ਲਈ ਹੀ ਨਹੀਂ ਇੰਪੋਰਟੈਂਟ ਨੇ। ਇਸ ਤੋਂ ਬਾਅਦ ਇੱਕ ਨਿੱਕੀ ਜਿਹੀ ਗੱਲ ਹੋਰ ਸਮਝਣੀ ਆਪਾਂ ਨੇ। ਠੀਕ ਹੈ, ਬਸ ਸ਼ੋਰਟ ਦੇ ਵਿੱਚ ਸਮਝਾਂਗੇ ਤਾਂ। ਅਤੇ ਨੰਬਰ 4 ਐਡਲਰਸ ਥਿਊਰੀ ਆਫ ਮੋਟੀਵੇਸ਼ਨ। ਤਾਂ ਪ੍ਰੇਰਨਾ ਦਾ ਐਡਲਰ ਦਾ ਜੋ ਸਿਧਾਂਤ ਹੈ ਇਹ ਵੀ ਆਪਾਂ ਸਮਝ ਲੈਂਦੇ ਹਾਂ। ਮਨੋਵਿਸ਼ਲੇਸ਼ਣ ਸਿਧਾਂਤ ਨਾਲ ਮਤਭੇਦ ਕਰਕੇ ਵਿਅਕਤੀਗਤ ਮਨੋਵਿਗਿਆਨ ਦੀ ਸ਼ਾਖਾ ਬਣਾਈ। ਦੇਖੋ ਪਹਿਲਾਂ ਤਾਂ ਉਹੀ ਗੱਲ ਹੈ ਜੋ ਸਾਈਕੋ ਐਨਾਲਿਸਿਸ, ਉਹੀ ਸਿਗਮੰਡ ਫਰੋਇਡ ਵਾਲਾ, ਮਤਲਬ ਉਹਦੇ ਨਾਲ ਪਹਿਲਾਂ ਇਸ ਦੀ ਗੱਲ ਮੱਤ ਮਿਲਦੀ ਸੀ, ਫਿਰ ਇਹਦੀ ਮੱਤ ਮਿਲਣੋਂ ਹਟ ਗਈ, ਬਣਨੋਂ ਹਟ ਗਈ। ਉਹ ਕਹਿੰਦਾ ਯਾਰ, ਕਹਿੰਦਾ ਫਰਾਇਡ ਤਾਂ ਕੁਛ ਹੋਰੇ ਕਹੀ ਜਾਂਦਾ ਹੈ, ਸਿਗਮੰਡ ਫਰਾਇਡ ਤਾਂ ਕਹਿੰਦਾ ਕੁਛ ਹੋਰੇ ਕਹੀ ਜਾਂਦਾ ਹੈ। ਤਾਂ ਇਹਨੇ ਉੱਧਰੋਂ ਮਤਲਬ ਪਾਸਾ ਜਿਹਾ ਵੱਟ ਲਿਆ, ਉਹਦੇ ਨਾਲ ਕੀ ਹੋ ਗਏ, ਇਹਦੇ ਮਤਭੇਦ ਆ ਗਏ। ਤਾਂ ਮਤਭੇਦ ਕਰਕੇ ਇਹਨੇ ਕੀ ਕਹਿ ਦਿੱਤਾ, ਵਿਅਕਤੀਗਤ ਮਨੋਵਿਗਿਆਨਿਕ ਅਲੱਗੇ, ਜਿਵੇਂ ਉਹ ਨਹੀਂ ਆਪਾਂ ਨੇ ਸਕੂਲਸ ਪੜ੍ਹੇ ਸੀ ਨਾ, ਬਿਹੇਵੀਅਰਿਜ਼ਮ, ਇਸ ਤੋਂ ਬਿਨਾਂ ਫੰਕਸ਼ਨਲਿਜ਼ਮ, ਉਹ ਸਭ ਪੜ੍ਹੇ ਸੀ। ਤਾਂ ਇਸੇ ਤਰ੍ਹਾਂ ਇਹ ਕਹਿੰਦਾ ਮੈਂ ਤਾਂ ਇੰਡੀਵਿਜ਼ੂਅਲ ਸਾਈਕੋਲੋਜੀ ਕਹੂੰਗਾ, ਇਹਨੇ ਇੱਕ ਅਲੱਗ ਹੀ ਸ਼ਾਖਾ ਬਣਾ ਲਈ। ਠੀਕ ਹੈ, ਤਾਂ ਇਹ ਵੀ ਹੋ ਸਕਦਾ ਵੀ ਇੱਥੇ ਤੋਂ ਕੁਐਸਚਨ ਬਣ ਜੇ ਵੀ ਇੰਡੀਵਿਜ਼ੂਅਲ ਸਾਈਕੋ ਦੀ ਸ਼ਾਖਾ ਕਿਸ ਨੇ ਸ਼ੁਰੂ ਕੀਤੀ, ਤਾਂ ਐਡਲਰ ਦਾ ਨਾਮ ਉਹਦੇ ਵਿੱਚ ਆ ਜਾਊਗਾ। ਠੀਕ ਹੈ, ਮੋਟੀਵੇਸ਼ਨ ਦੀ ਇਹ ਗੱਲ ਕਰਦਾ ਹੈ। ਐਡਲਰ ਦੇ ਅਨੁਸਾਰ ਕੀ ਆਖਦਾ, ਦੇਖੋ ਐਡਲਰ ਜਿਹੜਾ ਇਹ ਸਵੇ ਨੂੰ ਮਹੱਤਤਾ ਦਿੰਦਾ ਹੈ, ਮਤਲਬ ਕਿ ਸੈਲਫ ਨੂੰ, ਮਤਲਬ ਖੁਦ ਨੂੰ। ਠੀਕ ਹੈ, ਐਡਲਰ ਅਨੁਸਾਰ ਸਵੇ ਨੂੰ ਮਹੱਤਤਾ ਦਿੱਤੀ ਹੈ। ਐਡਲਰ ਨਹੀਂ, ਜਦ ਇੱਥੇ ਨਹੀਂ ਪਾ ਲਓ। ਠੀਕ ਹੈ, ਬੱਚਾ ਆਪਣੀ ਹੀਨਤਾ ਤੋਂ ਜਾਣੂ ਹੁੰਦਾ ਹੈ, ਮਤਲਬ ਕਿ ਉਸਨੂੰ ਆਪਣੀ ਕਮੀ ਪਤਾ ਹੈ, ਕਿਉਂਕਿ ਉਸ ਵਿੱਚ ਵਿਕਸਿਤ ਹੋਣ ਦੀ, ਪ੍ਰਬਲ ਹੋਣ ਦੀ, ਆਪਣੇ ਆਪ ਨੂੰ ਵਧੀਆ ਕਹਾਉਣ ਦੀ ਜਮੰਦਰੂ ਸ਼ਕਤੀ ਅੰਤਰ ਪ੍ਰੇਰਨਾ ਹੁੰਦੀ ਹੈ। ਮਤਲਬ ਕਿ ਉਹ ਚਾਹੁੰਦਾ ਵੀ ਮੈਂ ਵਧੀਆ ਕਹਾਵਾਂ, ਉਹ ਚਾਹੁੰਦਾ ਵੀ ਮੈਂ ਵਿਕਸਿਤ ਹੋਵਾਂ, ਉਹਦੇ 'ਚ ਇਹ ਸਭ ਚੀਜ਼ਾਂ ਪ੍ਰਬਲ ਨੇ। ਠੀਕ ਹੈ, ਤਾਂ ਇਸ ਕਰਕੇ ਉਹ ਆਪਣੀਆਂ ਕਮੀਆਂ ਨੂੰ ਦੂਰ ਵੀ ਕਰੂਗਾ। ਕਮੀਆਂ ਨੂੰ ਦੂਰ ਕਰਨ ਦੇ ਚੱਕਰ 'ਚ ਉਸ ਵਿੱਚ ਪ੍ਰੇਰਨਾ ਤਾਂ ਆ ਹੀ ਜਾਊਗੀ। ਸਮਝ ਗਏ ਵੀ ਪ੍ਰੇਰਨਾ ਆਪਣੇ ਆਪ 'ਚ ਪੈਦਾ ਕਰੂਗਾ ਅੰਤਰ ਪ੍ਰੇਰਨਾ, ਹੈ ਨਾ। ਅੰਤਰ ਪ੍ਰੇਰਨਾ ਸ਼ਕਤੀ ਦੀ ਇਹ ਹੈ ਜਿਹੜੀ ਉਸ ਦੇ ਵਿੱਚ ਕਹਿੰਦਾ ਜਮੰਦਰੂ ਹੈ। ਠੀਕ ਹੈ, ਇਹ ਚੀਜ਼ਾਂ ਦੀ ਗੱਲ ਐਡਲਰ ਕਰਦਾ ਹੈ। ਤਾਂ ਇਸ ਤੋਂ ਬਾਅਦ ਜੋ ਐਡਲਰ ਹੈ ਇਹ ਆਕਰਮਣ ਨੂੰ ਮੁੱਢਲਾ ਪ੍ਰਯੋਜਨ ਮੰਨਦਾ ਹੈ, ਯਾਨੀ ਕਿ ਐਗਰੇਸ਼ਨ ਕਹਿ ਲਓ। ਠੀਕ ਹੈ, ਇਸ ਨੂੰ ਕੀ ਮੰਨਦਾ, ਇਹ ਬੇਸਿਕ ਕਹਿ ਸਕਦੇ ਹਾਂ, ਬੇਸਿਕ ਮੋਟਿਵ ਮੰਨਦਾ ਹੈ। ਬਾਅਦ ਵਿੱਚ ਸ਼ਕਤੀ ਲਈ ਇੱਛਾ, ਵਿਲ ਪਾਵਰ ਟਰਮ ਇੱਕ ਯੂਜ਼ ਕਰਦਾ। ਇਹ ਕਹਿੰਦਾ ਵਿਲ ਪਾਵਰ ਦੇ ਬੇਸ 'ਤੇ ਆਪਾਂ ਕੁਝ ਪ੍ਰਾਪਤ ਕਰਦੇ ਹਾਂ। ਜਿਹੜੀ ਆਪਣੀ ਪ੍ਰੇਰਨਾ ਉਹ ਅੰਦਰੂਨੀ ਹੈ, ਕਹਿੰਦਾ ਜਮਾਂਦਰੂ ਹੈ, ਅੰਤਰ ਪ੍ਰੇਰਨਾ ਹੈ। ਅਤੇ ਉਸ ਦੇ ਬੇਸ 'ਤੇ ਆਪਣੀ 'ਚ ਕਹਿੰਦਾ ਵਿਲ ਪਾਵਰ ਹੋਊਗੀ, ਆਪਣੀ 'ਚ ਇੱਛਾ ਸ਼ਕਤੀ ਹੋਊਗੀ, ਉਸ ਇੱਛਾ ਸ਼ਕਤੀ ਦੇ ਬੇਸ 'ਤੇ ਆਪਾਂ ਕੁਝ ਪ੍ਰਾਪਤ ਕਰਾਂਗੇ। ਠੀਕ ਹੈ, ਤਾਂ ਉੱਚਾ ਬਣਨ ਲਈ ਕੋਸ਼ਿਸ਼, ਯਾਨੀ ਕਿ ਸਟਰਾਈਵ ਫਾਰ ਸੁਪੀਰੀਓਰਿਟੀ ਸ਼ਬਦਾਂ ਦੀ ਇਸਨੇ ਵਰਤੋਂ ਕੀਤੀ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਐਡਲਰ ਨੂੰ ਵੀ ਸਮਝ ਲਿਆ। ਤਾਂ ਆਪਣੀ ਅੱਜ ਦੀ ਕਲਾਸ ਵਿੱਚ ਆਪਾਂ ਹੁਣ ਤੱਕ ਦੱਸ ਦਈਏ ਜੀ, ਨੰਬਰ 1 ਆਪਾਂ ਮੋਟੀਵੇਸ਼ਨ ਦੇ ਕੰਸੈਪਟ ਨੂੰ ਸਮਝਿਆ ਸੀ, ਕਿਸਮਾਂ ਵਗੈਰਾ, ਉਸ ਦੇ ਪ੍ਰਯੋਜਨ ਵਗੈਰਾ ਸਾਰੀਆਂ ਟਰਮਾਂ ਸਮਝ ਲਈਆਂ ਸੀ ਪਹਿਲੀ ਕਲਾਸ ਦੇ ਵਿੱਚ। ਸੈਕਿੰਡ ਕਲਾਸ ਦੇ ਵਿੱਚ ਆਪਾਂ ਨੇ ਸਮਝਿਆ ਸੀ ਜੀ ਮੋਟੀਵੇਸ਼ਨ ਦੀ ਥਿਊਰੀ ਮੈਸਲੋ ਦੀ। ਠੀਕ ਹੈ,
ਉਸ ਤੋਂ ਬਾਅਦ ਇਹ ਤੀਸਰੀ ਕਲਾਸਿਸ ਸੀ ਜੀ ਮੋਟੀਵੇਸ਼ਨ ਦੀ, ਜਿਸ ਦੇ ਵਿੱਚ ਅਸੀਂ ਨੇ ਕੁਝ ਥਿਊਰੀਆਂ ਜਿਵੇਂ ਕਿ ਅੱਜ ਫਰੋਇਡ ਦੀ ਗੱਲ ਕਰ ਲਈ, ਐਡਲਰ ਦੀ ਗੱਲ ਕਰ ਲਈ, ਠੀਕ ਹੈ, ਅਚੀਵਮੈਂਟ ਮੋਟੀਵੇਸ਼ਨ ਦੀ ਗੱਲ ਕਰ ਲਈ, ਤਾਂ ਇਹ ਚੀਜ਼ਾਂ ਸਮਝ ਲਈਆਂ। ਤਾਂ ਇੱਕ ਥਿਊਰੀ ਇਹ ਹੋ ਗਈ ਸੀ ਮੈਸਲੋ ਵਾਲੀ। ਇਸ ਤੋਂ ਬਿਨਾਂ ਨੰਬਰ 2 ਆਪਾਂ ਨੇ ਫਰੋਇਡ, ਅਤੇ ਨੰਬਰ 3 ਆਪਾਂ ਨੇ ਅਚੀਵਮੈਂਟ, ਨੰਬਰ 4 ਐਡਲਰ। ਤਾਂ ਇਹ 4 ਇੰਪੋਰਟੈਂਟ ਸੀ ਮੋਟੀਵੇਸ਼ਨ ਦੇ ਪੁਆਇੰਟ ਆਫ ਵਿਊ ਤੋਂ। ਤਾਂ ਇਸ ਤਰੀਕੇ ਨਾਲ ਮੋਟੀਵੇਸ਼ਨ ਦਾ ਟੌਪਿਕ ਹੁੰਦਾ ਜੀ ਕੰਪਲੀਟ, ਅਤੇ ਅੱਜ ਹੀ ਅਸੀਂ ਟੈਲੀਗ੍ਰਾਮ ਦੇ ਉੱਤੇ ਇਸ ਟੌਪਿਕ ਦੀ PDF ਸ਼ੇਅਰ ਕਰ ਦੇਵਾਂਗੇ। ਤਾਂ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਉਸ ਨੂੰ ਕਰ ਲਓ ਜੀ ਜੁਆਇਨ, ਜੇਕਰ ਹਾਲੇ ਤੱਕ ਨਹੀਂ ਕੀਤਾ। ਤਾਂ ਇਹ ਸਭ ਜੋ PDF ਹੈ, ਠੀਕ ਹੈ, ਤਾਂ ਇਹਦੀਆਂ PDFs ਜੋ ਈਜ਼ੀਲੀ ਅਵੇਲੇਬਲ ਨੇ ਜੀ ਮੈਂ ਉਹ ਤੁਹਾਨੂੰ ਸ਼ੇਅਰ ਕਰ ਦਿੰਦਾ। ਉਸ ਤੋਂ ਬਾਅਦ ਜੋ ਅਵੇਲੇਬਲ ਹੀ ਨਹੀਂ ਉਹਨਾਂ ਬਾਰੇ ਆਪਾਂ ਹਾਲੇ ਫਿਲਹਾਲ ਕਹਿ ਨਹੀਂ ਸਕਦੇ, ਕੁਝ ਚੀਜ਼ਾਂ ਜਿਹੜੀਆਂ ਉਹ ਰੈਡੀ ਕਰਨੀਆਂ ਰਹਿੰਦੀਆਂ ਨਹੀਂ। YouTube ਦੇ ਉੱਤੇ, ਟੈਲੀਗ੍ਰਾਮ ਦੇ ਉੱਤੇ, ਇੰਸਟਾ ਦੇ ਉੱਤੇ, ਸਾਰੀਆਂ ਪਲੇਟਫਾਰਮਸ ਦੇ ਉੱਤੇ ਅੱਜ ਹੀ ਕਰ ਲਓ ਜੁਆਇਨ। ਥੈਂਕ ਯੂ ਸੋ ਮਚ।